ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਦਾ ਦਾਸ ਗੁਰਦੀਪ ਸਿੰਘ ਆਪ ਜੀ ਦੇ ਚਰਨ ਪਰਸਤਿਆ ਹੋਇਆ ਆਪ ਜੀ ਦੀ ਕਚਹਿਰੀ ਦੇ ਵਿੱਚ ਆਪ ਜੀ ਦੇ ਆਪਣੇ ਮੰਚ ਆਪ ਜੀ ਦੇ ਆਪਣੇ ਚੈਨਲ ਅਕਾਲ ਚੈਨਲ ਦੇ ਮਾਧਿਅਮ ਦੇ ਰਾਹੀਂ ਆਪ ਜੀ ਨਾਲ ਮੁਖਾਤਬ ਰੂਬਰੂ ਹਾਂ। ਜਿਵੇਂ ਕਿ ਆਪ ਜਾਣਦੇ ਹੋ ਕਿ ਅੱਜ ਵੀਰਵਾਰ ਵਾਲੇ ਦਿਨ ਮੈਂ ਆਪ ਜੀ ਦਾ ਦਾਸ 8 ਤੋਂ 9 ਦੇ ਸਮੇਂ ਦੇ ਦੌਰਾਨ ਆਪ ਜੀ ਦੀਆਂ ਹਾਜ਼ਰੀਆਂ ਭਰਿਆ ਕਰਦਾ, ਚਰਨ ਪਰਸਿਆ ਕਰਦਾ। ਕਿਸੇ ਵੀ ਇੱਕ ਪੱਖ ਦੇ ਮੁੱਦੇ ਦੇ ਨਾਲ ਮਕਸਦ ਦੇ ਨਾਲ ਮੁੱਦਾ ਭਾਵੇਂ ਪੰਜਾਬ ਨਾਲ ਵਾਬਸਤਾ ਹੋਵੇ ਜਾਂ ਕਿਸੇ ਵੀ ਉਸ ਜਗ੍ਹਾ ਉੱਪਰ ਜਿੱਥੇ ਸਾਡੇ ਧਰਮ ਦੇ ਨਾਲ ਜਾਂ ਸਾਡੀ ਸੱਭਿਆਚਾਰ ਜਾਂ ਸਾਡੀ ਭਾਸ਼ਾ ਦੇ ਨਾਲ ਕੋਈ ਵੀ ਪੱਖ ਦਾ ਮੁੱਦਾ। ਤੋ ਅੱਜ ਦਾ ਮੁੱਦਾ ਅਸਲ ਦੇ ਵਿੱਚ ਅਸੀਂ ਇੰਗਲੈਂਡ ਦੇ ਵਿੱਚ ਜਿਹੜਾ ਕਿ UK ਦੇ ਵਿੱਚ ਇਸ ਵਕਤ ਆਪਾਂ ਸਾਰੇ ਜਾਣਦੇ ਹਾਂ ਕਿ ਇੱਕ ਨਾਮੁਰਾਦ ਬਿਮਾਰੀ ਹੈ ਜਿਹਨੂੰ ਆਪਾਂ ਕੋਵਿਡ-19 ਜਾਂ ਕਰੋਨਾ ਵਾਇਰਸ ਕਹਿੰਦੇ। ਵਾਇਰਸ ਦੇ ਇਸ ਵਕਤ ਸਾਰੇ ਪਾਸੇ ਲੋਕਡਾਊਨ ਹੈ ਸਾਡੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਵੀ ਔਰ ਹੋਰ ਵੀ ਧਾਰਮਿਕ ਸਥਾਨਾਂ ਦੇ ਵਿੱਚ ਡੈਫੀਨਿਟਲੀ ਲੋਕਡਾਊਨ ਹੈ। ਇਹਦੇ ਵਿੱਚ ਤਾਂ ਕੋਈ ਸ਼ੱਕ ਸ਼ੁਬਾ ਨਹੀਂ, ਕੋਈ ਫਰਕ ਨਹੀਂ ਹੈ। ਲੇਕਿਨ ਪਿੱਛੇ ਜੇ ਕੁਝ ਵਿਚਾਰ ਚੱਲੀ ਕਿ ਇਸ ਲੋਕਡਾਊਨ ਨੂੰ ਜਦੋਂ ਧਾਰਮਿਕ ਸਥਾਨਾਂ ਦੇ ਵਿੱਚ ਖੋਲ੍ਹਿਆ ਜਾਏਗਾ ਤਾਂ ਧਾਰਮਿਕ ਸਥਾਨਾਂ ਦੇ ਵਿੱਚ ਡਿਸਟੈਂਸ ਨੂੰ ਮੱਥਾ ਟੇਕਣ ਨੂੰ ਲੈ ਕੇ, ਲੰਗਰ ਦੀਆਂ ਮਰਿਆਦਾ ਪਰੰਪਰਾ ਨੂੰ ਲੈ ਕੇ ਇਸ ਤਰ੍ਹਾਂ ਦੇ ਕਈ ਸਵਾਲ ਉੱਠੇ, ਜਿਸ ਦੇ ਲਈ ਕਿ ਅਗਰ ਆਪਨੇ ਪਿਛਲਾ ਪ੍ਰੋਗਰਾਮ ਪਿਛਲੇ ਵੀਰਵਾਰ ਵਾਲਾ ਦੇਖਿਆ ਹੋਵੇਗਾ ਤਾਂ ਸਤਿਕਾਰਯੋਗ ਮਹਾਨ ਵਿਦਵਾਨ ਗਿਆਨੀ ਗੁਰਬਖਸ਼ ਸਿੰਘ ਜੀ ਗੁਲਸ਼ਨ ਸਾਹਿਬ ਆਏ ਸਨ। ਉਹਨਾਂ ਨੇ ਕਾਫੀ ਗੱਲਾਂ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀਆਂ ਸਨ। ਹੁਣ ਜਿਹੜਾ ਅੱਜ ਦਾ ਮੇਨ ਮੁੱਦਾ ਰਹੇਗਾ ਜਾਂ ਮੇਨ ਪ੍ਰਸ਼ਨ ਰਹੇਗਾ ਉਹ ਇਸ ਵਕਤ ਦੇ ਗੁਰਦੁਆਰੇ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸਰਦਾਰ ਗੁਰਮੇਲ ਸਿੰਘ ਜੀ ਮੱਲੀ ਸਾਹਿਬ, ਜਿਹੜੇ ਇਸ ਵਕਤ ਸਾਡੇ ਨਾਲ ਇੱਕ ਖਾਸ ਮਹਿਮਾਨ ਦੇ ਤੌਰ ਉੱਪਰ ਸਾਡੇ ਨਾਲ ਹਾਜ਼ਰ ਨੇ, ਸ਼ਾਮਲ ਨੇ। ਬੇਸ਼ੱਕ ਇਸ ਵਕਤ ਅਸੀਂ ਇੱਕ ਸਟੂਡੀਓ ਦੇ ਵਿੱਚੋਂ ਪ੍ਰੋਗਰਾਮ ਨਹੀਂ ਕਰ ਸਕ ਰਹੇ ਹਾਂ, ਪਰ ਆਪ ਜੀ ਤੱਕ ਪ੍ਰੋਗਰਾਮ ਪਹੁੰਚੇ, ਅਕਾਲ ਚੈਨਲ ਦੇ ਸਾਰੇ ਪ੍ਰੋਗਰਾਮ, ਇਹ ਸਾਡੀ ਇੱਕ ਅਣਥੱਕ ਕੋਸ਼ਿਸ਼ ਹੈ। ਤੋ ਆਪਾਂ ਸਰਦਾਰ ਗੁਰਮੇਲ ਸਿੰਘ ਮੱਲੀ ਸਾਹਿਬ ਨਾਲ ਇੱਕ ਦੋ ਕੁਐਸਚਨ ਐਸੇ ਕਰਨੇ ਨੇ ਜਿਨ੍ਹਾਂ ਦੇ ਬਾਬਤ ਪਿਛਲੇ ਹਫ਼ਤੇ ਕਾਫੀ ਰੌਲਾ ਪਿਆ, ਕਾਫੀ ਚੱਕਰ ਚੱਲਿਆ। ਰੌਲਾ ਇਸ ਕਰਕੇ ਪਿਆ ਕਿ ਇੱਕ ਟਾਸਕ ਫੋਰਸ ਬਣਾਈ ਗਈ ਹੈ ਜਿਸ ਨੂੰ ਰਾਸ਼ਟਰੀ ਟਾਸਕ ਫੋਰਸ ਦਾ ਨਾਮ ਦਿੱਤਾ ਗਿਆ ਹੈ। ਇਹਦੇ ਵਿੱਚ ਸਾਰਿਆਂ ਦੀ ਨੁਮਾਇੰਦਗੀ ਹੈ ਔਰ ਨੁਮਾਇੰਦਗੀ ਹੈ ਡੈਫੀਨੇਟਲੀ ਸਿੱਖਾਂ ਦੀ ਵੀ। ਔਰ ਪਿਛਲੀ ਵਾਰ ਵੀ ਇਹ ਪ੍ਰਸ਼ਨ ਉੱਠਿਆ ਸੀ ਕਿ ਇੱਥੋਂ ਦੀ ਸਰਕਾਰ ਨੇ ਬਗੈਰ ਸਿੱਖਾਂ ਤੋਂ ਪੁੱਛੇ ਇੱਕ ਐਸੇ ਨੌਜਵਾਨ ਨੂੰ ਨੁਮਾਇੰਦਗੀ ਦੇ ਦਿੱਤੀ। ਕੋਈ ਗੱਲ ਨਹੀਂ ਹੈ, ਹਰ ਇੱਕ ਦਾ ਹੱਕ ਹੈ ਆਪਣਾ ਆਪਣਾ, ਲੇਕਿਨ ਸਿੱਖ ਜਥੇਬੰਦੀਆਂ ਵੱਲੋਂ ਕੁਝ ਇਤਰਾਜ਼ ਜਤਾਇਆ ਗਿਆ ਕਿ ਇੱਕ ਤਾਂ ਉਹ ਸਿੱਖ ਪਤਤ ਸੀ, ਪੂਰਾ ਸਾਬਤ ਸੂਰਤ ਨਹੀਂ ਸੀ, ਅੰਮ੍ਰਿਤਧਾਰੀ ਹੋਣ ਦੀ ਤਾਂ ਵੱਖਰੀ ਗੱਲ ਹੈ। ਦੂਸਰੀ, ਜਿਸ ਵਕਤ ਪਿਛਲੀ ਵਾਰੀ ਵੀ ਮੈਂ ਗੱਲ ਕੀਤੀ ਸੀ, ਜਿਸ ਵਕਤ ਉਹਨਾਂ ਦੀ ਅਸੀਂ ਸੰਸਥਾ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੀ ਸੰਸਥਾਵਾਂ ਦੇ ਵਿੱਚ ਕੁਝ ਕੀ ਬਲਕਿ ਕਾਫੀ ਸਾਰੀਆਂ ਗੱਲਾਂ ਐਸੀਆਂ ਸਨ ਜਿਹੜੀਆਂ ਕਿ ਸਾਡੇ ਧਰਮ ਦੇ ਬਿਲਕੁਲ ਹੀ ਖਿਲਾਫਤ ਕਰਦੀਆਂ ਸਨ, ਧਰਮ ਦੇ ਖਿਲਾਫ ਜਾਂਦੀਆਂ ਸਨ। ਤਾਂ ਜ਼ਾਹਿਰ ਤੌਰ ਉੱਪਰ ਉਹਨਾਂ ਨੇ ਕੁਝ ਪ੍ਰਸ਼ਨ ਉਠਾਏ ਹੋਏ ਸਨ। ਜੇ ਤਾਂ ਉਹ ਪ੍ਰਸ਼ਨਾਂ ਦੇ ਜਵਾਬ ਕਿਸੇ ਵਿਦਵਾਨ ਕੋਲ ਪੁੱਛਦੇ ਤਾਂ ਜਵਾਬ ਉਹਨਾਂ ਨੂੰ ਮਿਲ ਜਾਣੇ ਸਨ, ਲੇਕਿਨ ਉਹਨਾਂ ਨੇ ਆਪਣੀ ਵੈਬਸਾਈਟਾਂ ਬਣਾ ਲਈਆਂ, ਉਹਨਾਂ ਉੱਤੇ ਆਪਣੀ ਪ੍ਰਸ਼ਨ ਉਠਾਤੇ, ਆਪੇ ਹੀ ਉਹਨਾਂ ਨੂੰ ਨੌਜਵਾਨਾਂ ਨੇ ਲਿਖਣਾ ਸ਼ੁਰੂ ਕਰਤਾ ਜੀ ਹਾਂ ਠੀਕ ਹੈ ਜੀ। ਕਿਉਂਕਿ ਅੱਜ ਦਾ ਜ਼ਮਾਨਾ ਕੁਝ ਇਸ ਤਰ੍ਹਾਂ ਦਾ ਹੈ ਕਿ ਅੱਜ ਹਰ ਬੰਦਾ ਹੀ ਕਿਸੇ ਨਾ ਕਿਸੇ ਪੱਖੋਂ ਕਿੰਤੂ ਪ੍ਰੰਤੂ ਕਰ ਰਿਹਾ, ਔਰ ਖਾਸ ਕਰਕੇ ਉਸ ਵਕਤ ਜਿਸ ਵਕਤ ਸਾਡੀ ਕੌਮ ਦੇ ਪ੍ਰਚਾਰਕ ਖੁਦ ਕਿੰਤੂ ਪ੍ਰੰਤੂ ਕਰ ਰਹੇ ਨੇ, ਖੁਦ ਇਸ ਤਰੀਕਿਆਂ ਦੀਆਂ ਜਿਹਨੂੰ ਆਪਾਂ ਤਰਕ ਕਹਿੰਦੇ, ਤਰਕਵਾਦੀ ਹੋ ਚੁੱਕੇ ਨੇ ਜਾਂ ਤਰਕਸ਼ੀਲ ਹੋ ਚੁੱਕੇ ਨੇ, ਉਸ ਵਕਤ ਅਸੀਂ ਕੀ ਕਰ ਸਕਦੇ ਹਾਂ? ਇਹੋ ਹੀ ਕਹਿ ਸਕਦੇ ਹਾਂ ਕਿ ਠੀਕ ਹੈ, ਆਪੇ ਹੀ ਹੁਣ ਬਾਣੀ ਵੀ ਵਿਗਾੜੀ ਜਾਂਦੇ, ਆਪੇ ਇਤਿਹਾਸ ਵੀ ਵਿਗਾੜੀ ਜਾਂਦੇ, ਆਵਾ ਹਰ ਪਾਸੇ ਉੱਤੇ ਹੋਇਆ। ਲੇਕਿਨ ਇੱਕ ਪ੍ਰਸ਼ਨ ਫਿਰ ਉੱਠਿਆ ਕਿ ਜਿਹੜੇ ਇੱਥੋਂ ਦੇ ਨੌਜਵਾਨ ਨੇ ਆਖਰ ਉਹਨਾਂ ਨੂੰ ਕੌਣ ਸੰਭਾਲੇਗਾ? ਉਹ ਅੱਗੇ ਕਿਉਂ ਨਹੀਂ ਆ ਰਹੇ? ਕਿਵੇਂ ਉਹ ਅੱਗੇ ਆਉਣਗੇ? ਬਿਲਕੁਲ ਉਹਨਾਂ ਨੂੰ ਇੱਕ ਬਹੁਤ ਵੱਡੀ ਗਾਈਡੈਂਸ ਦੀ ਲੋੜ ਹੈ, ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਸਮਝਣ ਦੀ ਲੋੜ ਹੈ। ਔਰ ਜਿੰਨੀ ਦੇਰ ਤੱਕ ਆਪਾਂ ਸਮਝਾਂਗੇ ਨਹੀਂ ਉਨੀ ਦੇਰ ਤੱਕ ਜਿਹੜੇ ਇਹ ਉਲਟੇ ਸਿੱਧੇ ਤਰਕ, ਵਿਵਾਦ, ਪ੍ਰਸ਼ਨ, ਕਿੰਤੂ ਪ੍ਰੰਤੂ ਇਹ ਕਰਦੇ ਰਹਿਣਗੇ। ਔਰ ਇਹ ਮੈਂ ਉਹਨਾਂ ਦੀ ਵੈਬਸਾਈਟ ਦੇਖੀ, ਉਸ ਹਿਸਾਬ ਦੇ ਨਾਲ ਉਹਨਾਂ ਨੂੰ ਕਦੀ ਵੀ ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਹੱਕ ਨਹੀਂ ਦਿੱਤਾ ਜਾ ਸਕਦਾ। ਤਾਂ ਖੈਰ ਇਸ ਗੱਲ ਨੂੰ ਲੈ ਕੇ ਫਿਰ ਕਾਫੀ ਰੌਲਾ ਪਿਆ, ਇੱਕ ਲੰਬਾ ਵਿਸ਼ਾ ਹੈ। ਫਿਰ ਉਸ ਵਕਤ ਭੂਮਿਕਾ ਆਈ ਇੱਥੋਂ ਦੇ ਗੁਰਦੁਆਰਾ ਸਾਹਿਬਾਨਾਂ ਦੀ। ਇੱਥੋਂ ਦੇ ਗੁਰਦੁਆਰਾ ਸਾਹਿਬਾਨਾਂ ਨੇ ਫਿਰ ਇੱਕ 14 ਮਈ ਨੂੰ ਮੀਟਿੰਗ ਕੀਤੀ। ਉਸ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਕਿ ਗੁਰਦੁਆਰਾ ਸਾਹਿਬਾਨ ਹੀ ਆਪਣੇ ਵਿੱਚੋਂ ਕਿਸੇ ਆਪਣੇ ਇੱਕ ਨੁਮਾਇੰਦੇ ਨੂੰ ਚੁਣ ਲੈਣ ਜਿਹੜਾ ਕਿ ਇਸ ਲੋਕਡਾਊਨ ਦੇ ਪ੍ਰਤੀ ਅਗਵਾਈ ਕਰੇ, ਇਹਨਾਂ ਸਾਰੇ ਗੁਰਦੁਆਰਾ ਸਾਹਿਬਾਨਾਂ ਦੀ ਜਾਂ ਸਾਡੀਆਂ ਜਿਹੜੀਆਂ ਇੱਥੋਂ ਦੀਆਂ ਪਰੰਪਰਕ ਜੋ ਰਵਾਇਤਾਂ ਨੇ, ਰੀਤੀਆਂ ਨੇ, ਉਹਨਾਂ ਦੀ ਉਹ ਅਗਵਾਈ ਕਰੇ। ਤਾਂ ਉਸ ਮੱਦੇ ਨਜ਼ਰ ਫਿਰ ਜ਼ਾਹਿਰ ਤੌਰ ਉੱਪਰ ਮੀਟਿੰਗ ਹੋਈ। ਉਸ ਮੀਟਿੰਗ ਦੇ ਵਿੱਚ ਸਰਦਾਰ ਗੁਰਮੇਲ ਸਿੰਘ ਮੱਲੀ ਹੋਣਾ ਦਾ ਨਾਮ ਅੱਗੇ ਆਇਆ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ
ਉਹਨਾਂ ਨੂੰ ਕੀ ਸਰਕਾਰ ਨੇ ਮਾਨਤਾ ਦੇ ਦਿੱਤੀ ਹੈ, ਜਾਂ ਉਹਨਾਂ ਕੋਲ ਸਰਕਾਰ ਦੀ ਮਾਨਤਾ ਹੈ, ਜਾਂ ਉਹ ਕਿਸ ਹਿਸਾਬ ਦੇ ਨਾਲ ਕੰਮ ਕਰਨਗੇ, ਜਾਂ ਉਹ ਕੀ ਕੰਮ ਕਰਨਗੇ, ਕਿਉਂਕਿ ਉਹਨਾਂ ਦੇ ਬਾਰੇ ਵੀ ਇਹ ਕਿਹਾ ਜਾ ਰਿਹਾ ਹੈ ਕਿ ਉਹ ਜਾਂ RSS ਦੇ ਨੇ, ਜਾਂ ਉਹਨਾਂ ਦੇ ਮੋਦੀ ਨਾਲ ਸੰਬੰਧ ਨੇ, ਜਾਂ ਹਾਈ ਕਮਿਸ਼ਨਰ ਦੇ ਜਾ ਕੇ ਬਾਰ-ਬਾਰ ਚਾਹ ਦਾ ਕੱਪ ਪੀਂਦੇ ਨੇ, ਵਟਐਵਰ। ਇਸ ਤਰ੍ਹਾਂ ਦੀਆਂ ਕਈ ਗੱਲਾਂ ਜਿਹੜੀਆਂ ਕਿ ਕਿੰਤੂ ਪ੍ਰੰਤੂ ਦਾ ਸਬਬ ਇਸ ਵਕਤ ਬਣ ਚੁੱਕੀਆਂ ਨੇ, ਸਵਾਲ ਇਸ ਵਕਤ ਬਣ ਚੁੱਕੀਆਂ ਨੇ। ਲੇਕਿਨ ਇਹਨਾਂ ਸਵਾਲਾਂ ਦੇ ਹੱਲ ਦੇ ਲਈ ਅਸੀਂ ਸਤਿਕਾਰਯੋਗ ਗੁਰਮੇਲ ਸਿੰਘ ਜੀ ਮੱਲੀ ਹੁਣਾਂ ਨੂੰ ਸੱਦਾ ਦਿੱਤਾ ਹੈ। ਉਹ ਸਾਡੇ ਨਾਲ ਇਸ ਵਕਤ ਹਾਜ਼ਰ ਨੇ, ਸ਼ਾਮਲ ਨੇ, ਔਰ ਉਹਨਾਂ ਪਾਸੋਂ ਇੱਕ ਇੱਕ ਕਰਕੇ ਮੈਂ ਆਪ ਜੀ ਦੇ ਬਿਹਾਫ ਉੱਤੇ ਸਾਰੇ ਸਵਾਲ ਪੁੱਛਾਂਗਾ। ਲੇਕਿਨ ਥੋੜੀ ਦੇਰ ਬਾਅਦ ਆਪ ਜੀ ਦੇ ਲਈ ਲਾਈਨਸ ਖੋਲ ਦਿੱਤੀਆਂ ਜਾਣਗੀਆਂ। ਸਾਡੀ ਸਕਰੀਨ ਦੇ ਉੱਤੇ ਸਾਡਾ ਨੰਬਰ ਆਉਣਾ ਸ਼ੁਰੂ ਹੋ ਜਾਏਗਾ, ਔਰ ਉਸ ਉੱਤੇ ਆਪ ਕਾਲ ਕਰੋਗੇ ਤਾਂ ਆਪ ਵੀ ਮੱਲੀ ਸਾਹਿਬ ਦੇ ਨਾਲ ਕੋਈ ਵੀ ਪ੍ਰਸ਼ਨ ਜਿਹੜਾ ਆਪ ਜੀ ਦੇ ਜ਼ਿਹਨ ਦੇ ਵਿੱਚ ਹੋਵੇ ਉਹ ਆਪ ਪੁੱਛ ਸਕਦੇ ਹੋ। ਤੋ ਇਹਨਾਂ ਗੱਲਾਂ ਨੂੰ ਸਮੇਟਦੇ ਹੋਇਆ, ਕਿਉਂਕਿ ਮੇਰੇ ਪਾਸ ਕਾਫੀ ਸਾਰੇ ਅੱਜ ਪ੍ਰਸ਼ਨ ਸਮਾਂ ਘੱਟ ਰਹੇਗਾ, ਥੋੜਾ ਜਿਹਾ ਟਿਕਦਾ ਕਰਕੇ ਤਕਨੀਕੀ ਵਜ੍ਹਾ ਕਰਕੇ ਆਪਾਂ ਪ੍ਰੋਗਰਾਮ ਨੂੰ ਥੋੜਾ ਜਿਹਾ ਦੇਰ ਨਾਲ ਸ਼ੁਰੂ ਕੀਤਾ ਹੈ। ਤੋ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਤਿਕਾਰਯੋਗ ਗੁਰਮੇਲ ਸਿੰਘ ਜੀ ਮੱਲੀ ਸਾਹਿਬ, ਪ੍ਰਧਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਮੱਲੀ ਸਾਹਿਬ ਠੀਕ ਠਾਕ ਹੋ, ਚੜ੍ਹਦੀ ਕਲਾ ਚੋ? ਹਾਂਜੀ, ਥੋੜੀ ਆਵਾਜ਼ ਘੱਟ ਹੁੰਦੀ ਹੈ, ਬਾਕੀ ਆਵਾਜ਼ ਥੋੜੀ ਜਿਹੀ ਕਾਫੀ ਘੱਟ ਹੋ ਰਹੀ ਹੈ। ਹਾਂ, ਤੁਹਾਡੀ ਵੀ ਆਵਾਜ਼ ਘੱਟ ਹੋ ਰਹੀ ਹੈ। ਮੈਂ ਆਪਣੇ ਉੱਥੋਂ ਦੇ ਸਿਸਟਮ ਨੂੰ ਕਹਿਣਾ ਕਿ ਥੋੜੀ ਜਿਹੀ ਠੀਕ ਕਰਨ। ਮੱਲੀ ਸਾਹਿਬ ਸਮਝ ਸਕ ਰਹੇ ਹੋ ਮੇਰੀ ਆਵਾਜ਼ ਨੂੰ? ਪਹੁੰਚ ਰਹੀ ਹੈ ਮੇਰੀ ਆਵਾਜ਼? ਹਾਂਜੀ, ਹੁਣ ਥੋੜੀ ਕਲੀਅਰ, ਪਹਿਲਾਂ ਟੁੱਟ ਕੇ ਆ ਰਹੀ ਸੀ ਆਵਾਜ਼। ਅੱਛਾ ਜੀ, ਚਲੋ ਠੀਕ ਹੈ, ਕਿਉਂਕਿ ਆਵਾਜ਼ ਤੁਹਾਡੀ ਵੀ ਮੇਰੇ ਤੱਕ ਕੋਈ ਜ਼ਿਆਦਾ ਕਲੀਅਰ ਨਹੀਂ ਆ ਰਹੀ, ਪਰ ਚਲੋ ਕੋਈ ਗੱਲ ਨਹੀਂ। ਆਪਾਂ ਹੁਣ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰ ਚੁੱਕੇ ਹਾਂ, ਸ਼ੁਰੂਆਤ ਕਰ ਸਕੇ ਹਾਂ। ਮੱਲੀ ਸਾਹਿਬ, ਸਭ ਤੋਂ ਪਹਿਲਾਂ ਤੁਸੀਂ ਸਾਨੂੰ ਦੱਸੋ ਕਿ ਇਹ ਜਿਹੜੀ ਰਾਸ਼ਟਰੀ ਟਾਸਕ ਫੋਰਸ ਹੈ ਕੀ ਹੈ? ਜਿਹੜੀ ਲੋਕਡਾਊਨ ਹੋਇਆ ਕਰੋਨਾ ਵਾਇਰਸ ਕਰਕੇ, ਉਹਦੇ ਵਾਸਤੇ ਜਿਹੜੀ ਗੌਰਮੈਂਟ ਨੇ ਖੇਤ ਗਰੁੱਪਾਂ ਦੀ ਇੱਕ ਟਾਸਕ ਗਰੁੱਪ ਬਣਾਇਆ ਹੈਗਾ, ਤਾਂ ਕਿ ਸਾਰੇ ਧਰਮਾਂ ਦੀ ਰਾਏ ਲਈ ਜਾਵੇ। ਆਪਣੇ ਆਪਣੇ ਧਰਮਾਂ ਦੇ ਵਿੱਚ ਵੱਖਰੇ ਵੱਖਰੇ ਵਿਚਾਰ ਜਿਹੜੇ ਹੈਗੇ ਆ, ਸਾਰੇ ਧਰਮਾਂ 'ਚ ਹੈਗੇ ਆ। ਸੋ ਤਕਰੀਬਨ 6 ਧਰਮਾਂ ਦੇ ਨੁਮਾਇੰਦੇ ਉਹਦੇ 'ਚ ਲਏ ਗਏ ਸੀਗੇ, ਤੇ ਇਹਨਾਂ ਨੇ ਆਪਣੇ ਗੁਰੂ ਘਰਾਂ ਦੇ ਨਾਲ, ਕਿਉਂਕਿ ਆਪਾਂ ਗੁਰੂ ਘਰਾਂ ਦੀ ਗੱਲ ਕਰਾਂਗੇ, ਗੁਰੂ ਘਰਾਂ ਦੇ ਨੁਮਾਇੰਦਿਆਂ ਦੇ ਨਾਲ ਮਿਲ ਕੇ ਉਹਨਾਂ ਦੇ ਵਿਚਾਰ ਲੈ ਕੇ ਕੰਸਲਟੇਸ਼ਨ ਕਰਕੇ ਗੌਰਮੈਂਟ ਨੂੰ ਜਿਹੜੀਆਂ ਗਾਈਡਲਾਈਨਸ ਹੈਗੀਆਂ ਉਹਦੇ ਮੁਤਾਬਕ ਉਹਨਾਂ ਨੂੰ ਜਵਾਬਦੇਹੀ ਕਰਨਾ ਹੁੰਦਾ। ਇਹ ਤੁਸੀਂ ਸਾਡੀ ਕਮਿਊਨਿਟੀ ਰਿਕੁਆਇਰਮੈਂਟ ਜਿਹੜੀ ਹੈਗੀ ਹੈ ਗਵਰਨਮੈਂਟ ਨੂੰ ਦੱਸੋਗੇ? ਇਹ ਕਿਸ ਬਾਰੇ ਦੱਸੋਗੇ, ਜਿਹੜਾ ਇਸ ਵਕਤ ਲਾਕਡਾਊਨ ਹੈ ਇਸ ਬਾਰੇ, ਜਾਂ ਹੋਰ ਕੋਈ ਵੀ ਇਹਦੇ ਵਿੱਚ ਇਨਵੋਲਵਮੈਂਟ ਹੈ? ਜਿਹੜੀਆਂ ਗੌਰਮੈਂਟ ਨੇ ਜਿਹੜੇ ਕਾਨੂੰਨ ਬਣਾਏ ਹੋਏ ਆ ਵੀ ਕੀ ਪ੍ਰੋਸੀਜਰ, ਜਿਸ ਤਰ੍ਹਾਂ ਸਾਰੇ ਜਿਹੜੇ ਧਾਰਮਿਕ ਸਥਾਨ ਹੈ ਇਸ ਟਾਈਮ ਬੰਦ ਹੈ, ਲੇਕਿਨ ਜਦੋਂ ਲਾਕਡਾਊਨ ਤੋਂ ਬਾਅਦ ਖੋਲ੍ਹਣੇ ਆ, ਉਹਦੇ ਵਾਸਤੇ ਜਿਹੜੇ ਪ੍ਰੋਸੀਜਰਸ ਗੌਰਮੈਂਟ ਨੇ ਅਡੋਪਟ ਕੀਤੇ ਆ, ਉਹ ਆਪਣੇ ਗੁਰੂ ਘਰਾਂ ਵਿੱਚ ਜਿਸ ਤਰ੍ਹਾਂ ਮੱਥਾ ਟੇਕਣਾ, ਤੁਸੀਂ ਪ੍ਰਸ਼ਾਦ ਲੈਣਾ ਹੈਗਾ, ਲੰਗਰ ਛਕਣਾ ਹੈਗਾ, ਐਂਟਰੀ ਹੋਣੀ ਆ, ਜਿਹੜਾ ਸੋਸ਼ਲ ਡਿਸਟੈਂਸ ਹੈਗਾ, ਉਹ ਸਾਰਾ ਕੁਝ ਕਮਿਊਨਿਟੀ, ਜਿਵੇਂ ਆਪਣੇ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਫੈਮਲੀਆਂ ਜਿਨ੍ਹਾਂ ਦੇ ਵਿਆਹ ਬੁੱਕ ਕੀਤੇ ਹੋਏ ਸੀ, ਉਹ 2-2 ਵਾਰੀ ਚੇਂਜ ਕਰਾ ਚੁੱਕੇ ਆ, ਤੇ ਉਹਦੇ ਵਿੱਚ ਕਿੰਨੇ ਬੰਦੇ ਆ ਸਕਦੇ ਆ। ਫਿਊਨਰਲ ਤੇ ਆਲਰੇਡੀ 10 ਕੀਤੇ ਹੋਏ ਆ, ਆਉਣ ਵਾਲੇ ਸਮੇਂ 'ਚ ਕਿੰਨੇ ਇਨਕਰੀਜ਼ ਹੋ ਸਕਦੇ ਆ, ਸਹਿਜ ਪਾਠ ਹੋ ਸਕਦਾ, ਅਖੰਡ ਪਾਠ ਹੋ ਸਕਦਾ, ਜਾਂ ਆਪਣੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਮਿਊਨਿਟੀ ਦੀਆਂ ਆਪਣੀ ਰਿਕੁਆਇਰਮੈਂਟ ਆ, ਉਹਨਾਂ ਨੇ ਗੌਰਮੈਂਟ ਨੇ ਗਾਈਡਲਾਈਨਸ ਸਾਨੂੰ ਦੇਣੀਆਂ। ਅਸੀਂ ਆ ਕੇ ਆਪਣੇ ਜਿਹੜੀ ਕੋਰ ਕਮੇਟੀ ਜਿਹੜੀ ਟੀਮ ਬਣੀ ਹੈਗੀ ਆ, ਉਹਦੇ 'ਚ ਆ ਕੇ ਕੰਸਲਟ ਕਰਨਾ ਕਿ ਉਹ ਦੋਨੋਂ ਚੀਜ਼ਾਂ ਗੌਰਮੈਂਟ ਦੀ ਗਾਈਡਲਾਈਨਸ ਤੇ ਜਿਹੜੀਆਂ ਸਾਡੀ ਰਿਕੁਆਇਰਮੈਂਟ ਆ ਉਹਨੂੰ ਫੁੱਲਫਿਲ ਕਰ ਸਕਣ। ਉਹਨੂੰ ਮਤਲਬ ਇੱਕ ਤਾਲਮੇਲ ਵੀ ਬਿਠਾਉਣਾ ਹੋਏਗਾ ਨਾ, ਕਿਉਂਕਿ ਗਵਰਨਮੈਂਟ ਦੀ ਰਿਕੁਆਇਰਮੈਂਟ ਜਿਹੜੀਆਂ ਉਹ ਕੀ ਵਾਕਈ ਸਾਡੀਆਂ ਮਰਿਆਦਾਵਾਂ ਦੇ ਨਾਲ ਤਾਲਮੇਲ ਰੱਖਦੀਆਂ ਨੇ, ਯਾਨੀ ਕਿ ਜਿਹੜੀਆਂ ਮਰਿਆਦਾਵਾਂ ਸਾਡੀਆਂ ਨੇ। ਕਿਉਂਕਿ ਪਿੱਛੇ ਜੇ ਇਹ ਪ੍ਰਸ਼ਨ ਉੱਠਿਆ ਸੀਗਾ, ਜਿਹੜੇ ਅਸਤੀਫਾ ਦੇ ਗਏ ਨੇ, ਜਿਹੜੇ ਤੁਹਾਡੇ ਤੋਂ ਪਹਿਲਾਂ ਸਨ, ਵਟਐਵਰ, ਉਹਨਾਂ ਨੇ ਇਹ ਕਿਹਾ ਸੀਗਾ ਕਿ ਜਿਸ ਤਰ੍ਹਾਂ ਚਰਚਸ ਦੇ ਵਿੱਚ ਅਸੀਂ ਜਾਂਦੇ ਹਾਂ, ਕਿਉਂਕਿ ਅਸੀਂ ਜਿਹੜਾ ਮੱਥਾ ਟੇਕਦੇ ਹਾਂ ਅਸੀਂ ਸਿਰ ਪੂਰਾ ਨਿਵਾਉਂਦੇ ਹਾਂ, ਮੱਥਾ ਸਾਡਾ ਟੱਚ ਹੁੰਦਾ ਹੈ। ਚਰਚਸ ਦੇ ਵਿੱਚ ਉਹ ਜਾਂਦੇ ਨੇ, ਉਹ ਸਿੱਧਾ ਵੈਸੇ ਹੀ ਨਿਮ ਕੇ ਆ ਜਾਂਦੇ ਨੇ, ਉਹ ਕਹਿੰਦੇ ਨੇ ਉਸ ਹਿਸਾਬ ਦੇ ਨਾਲ ਹੈ। ਤੇ ਇਸ ਹਿਸਾਬ ਦੇ ਨਾਲ ਉਹ ਕਹਿੰਦੇ ਕਿ ਜਿਹੜੀ ਦੇਗ ਹੈ ਉਹਦੀਆਂ ਬਣਾ ਕੇ ਛੋਟੀਆਂ ਛੋਟੀਆਂ ਪੋਟਲੀਆਂ ਜਿਹੀਆਂ ਪਲਾਸਟਿਕ ਦੀਆਂ ਥੜੀਆਂ ਉਹ ਰੱਖ ਦਿੱਤੀਆਂ ਜਾਣਗੀਆਂ ਬਾਹਰ ਟੇਬਲ ਦੇ ਉੱਤੇ। ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਕਿ ਤਾਲਮੇਲ ਨਹੀਂ ਖਾਂਦੀਆਂ, ਤੇ ਫਿਰ ਉਸ ਹਾਲਤ ਵਿੱਚ ਤੁਸੀਂ ਕੀ ਕਰੋਗੇ? ਬਿਲਕੁਲ, ਕਿਉਂਕਿ ਗੁਰੂ ਘਰ ਦੀ ਇੱਕ ਪੰਥ ਦੇ ਵਿੱਚ ਇੱਕ ਮਰਜ਼ਾਦਾ ਹੈ ਸੈਟਅਪ ਕੀਤੀ ਹੋਈ, ਚਾਹੇ ਉਹ ਵਰਲਡ ਵਾਰ ਫਸਟ ਹੋਵੇ, ਚਾਹੇ ਸੈਕੰਡ ਹੋਵੇ, ਚਾਹੇ ਘੱਲੂਘਾਰਾ ਵੱਡਾ ਹੋਵੇ ਛੋਟਾ ਹੋਵੇ, ਜਿੰਨੇ ਵੀ ਜਦੋਂ ਤੋਂ ਗੁਰੂ ਸਾਹਿਬ ਨੇ ਸਾਨੂੰ ਇਸ ਰਸਤੇ ਤੇ ਇਸ ਪਾਥ ਤੇ ਪਾਇਆ ਹੈ, ਤੇ ਸਾਡੀ ਇੱਕ ਮਰਜ਼ਾਦਾ ਬਣੀ ਹੋਈ ਹੈ। ਉਸ ਮਰਜ਼ਾਦਾ ਦੇ ਵਿੱਚ ਰਹਿ ਕੇ ਅਸੀਂ ਸਾਰਾ ਕੁਝ ਕਰਦੇ ਹਾਂ। ਸਾਡਾ ਇੱਕ ਆਪਣਾ ਡਿਫਰੈਂਟ ਬਿਲੀਵ ਹੈਗਾ, ਜਿਸ ਬਿਲੀਵ ਦੇ ਵਿੱਚ ਰਹਿ ਕੇ ਦੇਖੋ ਅੱਜ ਦੁਨੀਆ ਦੇ ਹਰ ਗੁਰਦੁਆਰੇ ਵਿੱਚ ਲੰਗਰ ਦੀ ਸੇਵਾ ਕੀਤੀ ਜਾ ਰਹੀ ਆ, ਤੇ ਉੱਥੇ ਨੌਜਵਾਨ ਕੰਮ ਕਰ ਰਹੇ ਆ, ਉੱਥੇ ਤਕਰੀਬਨ 50-60 ਸਾਲ ਵਾਲੇ ਵੀ ਸੇਵਾ ਕਰ ਰਹੇ ਆ।
ਹੁਣ ਮੈਂ ਤੁਹਾਨੂੰ ਇੱਕ ਸਪੈਸ਼ਲ ਜਿਹੜੀ ਇੱਕ ਹੈਰਾਨੀ ਵਾਲੀ ਗੱਲ ਤੁਹਾਨੂੰ ਦੱਸਾਂ, ਮੇਲ ਗੇਲ ਦੇ ਵਿੱਚ ਸਾਰੇ ਓਵਰ 65 ਜਿਹੜੇ ਉੱਥੇ ਬਜ਼ੁਰਗ ਹੈਗੇ ਆ, ਲੇਕਿਨ ਉਹ ਵੀ ਹਸਪੀਟਲ ਦੇ ਨਾਲ ਮਿਲ ਕੇ, ਕੌਂਸਲ ਨਾਲ ਮਿਲ ਕੇ, ਲੋਕਾਂ ਦੇ ਵਿੱਚ ਜਿਹੜੇ ਬਜ਼ੁਰਗ ਬੈਠੇ ਹੈਗੇ ਉਹਨਾਂ ਨਾਲ ਕੰਸਲਟ ਕਰ ਰਹੇ ਹੈਗੇ, ਜਿਹੜੇ ਡਿਮੈਂਸ਼ੀਆ ਵਾਲੇ ਉਹਨਾਂ ਨੂੰ ਕਿੱਦਾਂ ਹੈਲਪ ਕਰ ਰਹੇ ਆ। ਤੇ ਮੇਲ ਗੇਲ ਨਾਰਬਰਟ ਗ੍ਰੀਨ 'ਚ ਆ ਕੇ ਉਹਨਾਂ ਨੇ 10,000 ਪਾਉਂਡ ਦੇ ਜਿਹੜੇ ਹੈਗੇ ਆ ਲੋਕਾਂ ਦੇ ਘਰਾਂ ਦੇ ਵਿੱਚ ਡਰਾਈ ਜਿਹੜਾ ਫੂਡ ਆ ਉਹ ਵੀ ਉਹ ਵੰਡ ਰਹੇ ਆ। ਸੋ ਸੋਸ਼ਲ ਡਿਸਟੈਂਸ ਨੂੰ ਵੀ ਅਸੀਂ ਪੂਰਾ ਰੱਖ ਰਹੇ ਹਾਂ, ਗੌਰਮੈਂਟ ਦੀ ਗਾਈਡਲਾਈਨ ਨੂੰ ਪੂਰਾ ਕਰ ਰਹੇ ਹਾਂ, ਪਰ ਇੱਕ ਜਿਹੜਾ ਸਾਡਾ ਸਟਰੋਂਗ ਬਲੀਵ ਆ, ਸਾਡੇ ਗੁਰੂ ਨੇ ਸਾਨੂੰ ਮਿਹਰ ਸਾਡੇ ਤੇ ਕਿਰਪਾ ਕੀਤੀ ਹੈ, ਉਸ ਬਲੀਵ ਦਾ ਤੇ ਬਾਕੀ ਧਰਮਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਥੋੜਾ ਉਹਦੇ 'ਚ ਡਿਫਰੈਂਸ ਆਉਂਦਾ। ਸਾਡਾ ਬਹੁਤ ਇੱਕ ਬਲੀਵ ਹੈ ਕਿ ਗੁਰੂ ਮਹਾਰਾਜ ਸਾਡੇ ਹਮੇਸ਼ਾ ਅੰਗ ਸੰਗ ਆ, ਜੋ ਵੀ ਅਸੀਂ ਕਰਾਂਗੇ ਉਹਦੇ ਭਾਣੇ ਵਿੱਚ ਹੋਣਾ। ਸੋ ਇਸ ਕਰਕੇ ਇਹ ਗੱਲਾਂ ਜਿਹੜੀਆਂ ਗੌਰਮੈਂਟ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਹਨ। ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹਾਂ, ਜਿਹੜੀ ਵੀ ਗਾਈਡਲਾਈਨ ਬਣਦੀ ਹੈਗੀ ਆ ਉਹਨੂੰ ਸਾਨੂੰ ਬਿਲਕੁਲ ਉਹਨਾਂ ਨੂੰ ਮੱਦੇ ਨਜ਼ਰ ਰੱਖਣਾ ਪਏਗਾ। ਮਤਲਬ ਹਾਲੇ ਤੱਕ ਤੁਹਾਡੀ ਕੋਈ ਗਾਈਡਲਾਈਨ ਉਸ ਪੱਖੋਂ ਤਿਆਰ ਨਹੀਂ ਹੋਈ, ਜਾਂ ਤੁਸੀਂ ਆਪਣੀਆਂ ਕੁਝ ਤਜਵੀਜ਼ਾਂ ਗਵਰਨਮੈਂਟ ਨੂੰ ਅਜੇ ਤੱਕ ਨਹੀਂ ਦੇ ਸਕੇ ਮੱਥਾ ਟੇਕਣ ਦੀ, ਲੰਗਰ ਵੰਡਣ ਦੀ? ਕੁਝ ਕਹਿੰਦੇ ਨੇ ਕਿ ਖੁੱਲੇ ਹੱਥ ਦੇ ਨਾਲ ਹੀ ਲੰਗਰ ਜਿਹੜਾ ਸਵੀਕਾਰ ਕੀਤਾ ਜਾ ਸਕਦਾ, ਪੋਟਲੀਆਂ ਵਿੱਚ, ਥੈਲੀਆਂ ਵਿੱਚ ਨਹੀਂ ਰੱਖਿਆ ਜਾ ਸਕਦਾ, ਵਟਐਵਰ, ਇਸ ਤਰ੍ਹਾਂ ਦੇ ਕਈ ਕੁਐਸਚਨ ਨੇ। ਮੈਂ ਇਸ ਅਸਲ ਵਿੱਚ ਤੁਹਾਨੂੰ ਸਿੱਧਾ ਸਿੱਧਾ ਇਹ ਪੁੱਛਣਾ ਚਾਹਾਂਗਾ ਕਿ ਗਵਰਨਮੈਂਟ ਦਾ ਕੋਈ ਖਾਸ ਡਿਪਾਰਟਮੈਂਟ ਹੈ ਜਿਹਦੇ ਨਾਲ ਤੁਹਾਡਾ ਤਾਲਮੇਲ ਹੈ? ਕਿਉਂਕਿ ਇੱਕ ਪ੍ਰਸ਼ਨ ਇਹ ਵੀ ਹੈ, ਕਿਉਂਕਿ ਲੰਗਰ ਦੀ ਗੱਲ ਤਾਂ ਚਲੋ ਆਪਾਂ ਇਹ ਕਰੀਏ ਤਾਂ ਲੰਬੀ ਹੋ ਜਾਏਗੀ, ਕਿ ਤੁਹਾਡੇ ਤੋਂ ਪਹਿਲਾਂ ਵੀ ਇੱਥੋਂ ਦੇ ਹੀ ਇੱਕ ਨੌਜਵਾਨ ਨੂੰ ਸ਼ਾਇਦ ਇਹੋ ਹੀ ਮੌਕਾ ਦਿੱਤਾ ਗਿਆ ਸੀਗਾ। ਸਰਕਾਰ ਨੇ ਆਪਣੇ ਹਿਸਾਬ ਦੇ ਨਾਲ ਇੱਕ ਬੰਦਾ ਡਿਸਾਈਡ ਕਰ ਲਿਆ ਸੀ, ਉਹ ਸ਼ਾਇਦ ਉਹਨਾਂ ਦਾ ਕੋਈ ਆਪਣਾ ਸਰਕਾਰੀ ਪੱਖੋਂ ਜਿਹੜਾ ਕਿ ਪਤਤ ਸੀ, ਇਸ ਗੱਲ ਨੂੰ ਆਪਾਂ ਧਿਆਨ ਵਿੱਚ ਰੱਖ ਕੇ ਚੱਲੀਏ। ਫਿਰ ਮੈਂ ਉਹਦੀ ਵੈਬਸਾਈਟ ਵੀ ਖੋਲ੍ਹੀ ਹੈ, ਉਸ ਤੋਂ ਵੀ ਪਤਾ ਲੱਗਾ ਕਿ ਜ਼ਾਹਿਰ ਤੌਰ ਉੱਪਰ ਉਹ ਲੋਕ ਜਿਹੜੇ ਨੇ ਸਿੱਖੀ ਦੇ ਨਾਲ ਕਿਉਂਕਿ ਸਿੱਖੀ ਦੇ ਵਿੱਚ ਇਸ ਵਕਤ ਇੱਕ ਸੁਧਾਰ ਦੀ ਵੀ ਲੋੜ ਹੈ, ਇਸ ਗੱਲ ਨੂੰ ਵੀ ਆਪਾਂ ਮੰਨ ਕੇ ਚੱਲਦੇ, ਨੌਜਵਾਨਾਂ ਵਿੱਚ ਸੁਧਾਰ ਹੋਣਾ ਚਾਹੀਦਾ। ਕਿਉਂਕਿ ਕੁਝ ਆਵਾਜ਼ਾਂ ਐਸੀਆਂ ਵੀ ਉੱਠੀਆਂ ਸਨ ਕਿ ਜਿਹੜੇ ਬੁੱਢੇ ਨੇ, ਬਜ਼ੁਰਗ ਨੇ, ਉਹ ਨੌਜਵਾਨਾਂ ਨੂੰ ਅੱਗੇ ਨਹੀਂ ਆਉਣ ਦਿੰਦੇ ਜਾਂ ਅੱਗੇ ਆਉਣ ਦੇਣਾ ਨਹੀਂ ਚਾਹੁੰਦੇ। ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਾਂ ਕਿ ਜਿਹੜਾ ਅੱਗੇ ਆਉਣਾ ਚਾਹੁੰਦਾ ਹੈ ਉਸ ਦੇ ਲਈ ਫਿਰ ਇੱਕ ਰਸਤਾ ਹੈ। ਡੈਫੀਨੇਟਲੀ ਪਹਿਲੀ ਗੱਲ ਤਾਂ ਇਹ ਹੈ ਕਿ ਉਸ ਨੂੰ ਪਤਿਤਪੁਣਾ ਛੱਡਣਾ ਹੋਏਗਾ, ਫਿਰ ਗੁਰੂ ਗ੍ਰੰਥ ਸਾਹਿਬ ਜੀ ਤੇ ਬਲੀਵ ਕਰਨਾ ਹੋਏਗਾ। ਤੇ ਉਸ ਹਿਸਾਬ ਦੇ ਨਾਲ ਕੀ ਤੁਸੀਂ ਸਮਝਦੇ ਹੋ ਕਿ ਜਿਹੜਾ ਤੁਸੀਂ ਇਸ ਜ਼ਿੰਮੇਵਾਰੀ ਨੂੰ ਸੰਭਾਲਿਆ ਹੈ, ਔਰ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਸੀ ਉਸ ਦੇ ਲਈ ਉਹਨਾਂ ਨੂੰ ਅਸਤੀਫਾ ਦੇਣਾ ਪਿਆ, ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਧਮਕੀਆਂ ਵੀ ਆਈਆਂ ਨੇ, ਇਸ ਦੇ ਵਿੱਚ ਕੀ ਤੁਸੀਂ ਸਮਝਦੇ ਹੋ ਕਿ ਇਹ ਜੋ ਸਭ ਕੁਝ ਹੋਇਆ ਇਹ ਠੀਕ ਹੋਇਆ? ਮੈਂ ਜੇ ਥੋੜਾ ਜਿਹਾ ਪਾਸਟ ਦੇ ਵਿੱਚ ਜਾਵਾਂ, ਕਿਉਂਕਿ ਜਦੋਂ ਕੋਈ ਫੇਥ ਟਾਸਕ ਗਰੁੱਪ ਬਣਿਆ ਨਹੀਂ ਸੀ, ਅਸੀਂ ਉਸ ਤੋਂ ਵੀ ਪਹਿਲਾਂ ਲੋਕਲ ਵੈਸਟ ਲੰਡਨ ਦੇ ਵਿੱਚ 12 ਕੁ ਗੁਰਦੁਆਰਿਆਂ ਨੇ ਮੀਟਿੰਗ ਕੀਤੀ ਸੀ, ਕਿਉਂਕਿ ਇੱਕ ਦਿਨ ਗੁਰਦੁਆਰੇ ਖੁੱਲ੍ਹਣੇ ਤਾਂ ਜ਼ਰੂਰ ਹੈਗੇ ਆ, ਉਹ ਸੇਵਾਵਾਂ ਜਿਹੜੀਆਂ ਸ਼ੁਰੂ ਤਾਂ ਹੋਣੀਆਂ, ਉਹਦੇ ਤੇ ਵਰਕ ਕਰਨ ਵਾਸਤੇ ਤਕਰੀਬਨ ਹਰ ਗੁਰਦੁਆਰਾ ਆਪਣੇ ਆਪਣੇ ਤਰੀਕੇ ਦੇ ਨਾਲ, ਹਰ ਸੰਸਥਾ ਕੋਸ਼ਿਸ਼ ਕਰ ਰਹੀ ਹੈ ਵੀ ਜਿਹੜੀਆਂ ਗਾਈਡਲਾਈਨਾਂ ਉਹਨਾਂ ਨੂੰ ਕਿੱਦਾਂ ਅਸੀਂ ਕੰਪਲਾਈ ਕਰੀਏ, ਕਿੱਦਾਂ ਲਾਗੂ ਕਰੀਏ, ਤੇ ਜਦੋਂ ਹੀ ਸਾਨੂੰ ਲੋਕਡਾਊਨ ਸਾਡਾ ਖੁੱਲ੍ਹੇ ਤੇ ਅਸੀਂ ਸੰਗਤਾਂ ਨੂੰ ਦਰਸ਼ਨ ਕਰਨ ਲਈ ਉਹ ਜਿਹੜਾ ਰਸਤਾ ਅਡੋਪਟ ਕਰ ਸਕੀਏ। ਉਸ ਤੋਂ ਬਾਅਦ ਜਿਹੜੀ ਸੈਕੰਡ ਮੀਟਿੰਗ ਸਾਡੀ 1 ਵੀਕ ਬਾਅਦ ਹੋਈ ਸੀਗੀ, ਕਿਉਂਕਿ ਲੋਕਡਾਊਨ ਦੇ ਦਰਮਿਆਨ ਜ਼ੂਮ ਤੇ ਮੀਟਿੰਗਾਂ ਹੋ ਰਹੀਆਂ ਵੀ ਅਸੀਂ ਜਿਹੜਾ ਫਾਈਨੈਂਸ਼ੀਅਲ ਇਸ਼ੂਜ਼ ਹੈਗਾ, ਗੁਰਦੁਆਰਿਆਂ ਨੂੰ ਮੈਨੇਜ ਕਰਨ ਦਾ ਇਸ਼ੂ ਹੈਗਾ, ਗੁਰਦੁਆਰਿਆਂ ਨੂੰ ਜਿਹੜੀਆਂ ਗੌਰਮੈਂਟ ਦੀਆਂ ਗਾਈਡਲਾਈਨਸ ਉਹ ਇਸ਼ੂ ਹੈਗਾ, ਤੇ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਰਹਿੰਦਿਆਂ ਸਾਨੂੰ ਜਿਹੜੀਆਂ ਸਾਡੀ ਬਜ਼ੁਰਗ ਹੈਗੇ ਆ, ਸਾਡੇ ਬੱਚੇ ਹੈਗੇ ਆ, ਉਹਨਾਂ ਨੂੰ ਅਸੀਂ ਕਿੱਦਾਂ ਗੁਰੂ ਘਰ ਤੋਂ ਇਸ ਟਾਈਮ ਦੂਰ ਬੈਠੇ ਹਨ, ਉਹਨਾਂ ਦੀ ਆਸ ਤਾਂ ਹੈਗੀ ਕਿ ਗੁਰੂ ਘਰ ਜਾ ਕੇ ਅਸੀਂ ਅਰਦਾਸ ਕਰੀਏ, ਮੱਥਾ ਟੇਕੀਏ, ਉੱਥੇ ਜਾ ਕੇ ਸੇਵਾ ਕਰੀਏ, ਉਹ ਸਾਰੀਆਂ ਬੰਦ ਹੋ ਰਹੀਆਂ, ਕਿਉਂਕਿ ਸਾਡਾ ਜਿਹੜਾ ਬਲੀਵ ਸੇਵਾ ਦੇ ਵਿੱਚ ਬਹੁਤ ਬਲੀਵ ਆ। ਤੇ ਜਿਹੜੀ ਸੈਕੰਡ ਮੀਟਿੰਗ ਹੋਈ ਸੀਗੀ 50 ਬੰਦਿਆਂ ਤੋਂ ਬਾਅਦ, ਉਦੋਂ ਬਾਅਦ ਉਹਨਾਂ ਨੇ ਟਾਸਕ ਫੋਰਸ ਅਨਾਉਂਸ ਕਰ ਦਿੱਤੀ, ਤੇ ਉਹਦੇ ਵਿੱਚ ਸਾਰੇ ਯੂਕੇ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਇੱਕ ਹਲਚਲ ਮਚ ਗਈ, ਤੇ ਅਸੀਂ ਇਮੀਡੀਏਟਲੀ 4 ਘੰਟਿਆਂ ਦੇ ਵਿੱਚ ਸਾਨੂੰ 12 ਵਜੇ ਨੋਟਿਸ ਪਾਇਆ ਸੀ, ਤੇ ਸ਼ਾਮੀ 5 ਵਜੇ ਮੀਟਿੰਗ ਕੀਤੀ ਸੀ, ਜਿਹਦੇ ਵਿੱਚ ਤਕਰੀਬਨ 90 ਗੁਰੂ ਘਰਾਂ ਦੇ ਮੈਂਬਰਾਂ ਨੇ ਹਿੱਸਾ ਲਿਆ ਸੀ। ਉਹਦੇ ਵਿੱਚ ਸਿਰਫ ਗੁਰੂ ਘਰਾਂ ਦੇ ਮੈਂਬਰਾਂ ਨੇ ਹਿੱਸਾ ਲਿਆ ਸੀ, ਤੇ ਸਾਰਿਆਂ ਨੇ ਇਹੀ ਡਿਸਾਈਡ ਕੀਤਾ ਸੀ ਵੀ ਸਾਨੂੰ ਜਿਹੜਾ ਗੌਰਮੈਂਟ ਨੇ ਡਿਸੀਜਨ ਲਿਆ ਹੈਗਾ ਉਹ ਰੋਂਗ ਲਿਆ ਹੈਗਾ, ਕਿਉਂਕਿ ਉਹਦੇ ਕੋਲੇ ਗੁਰੂ ਘਰਾਂ ਦਾ ਐਕਸਪੀਰੀਅੰਸ ਨਹੀਂ ਹੈ। ਸੋ ਅਸੀਂ ਸਾਰਿਆਂ ਨੇ ਯੂਨੈਨਿਮਸਲੀ ਸ੍ਰੀ ਗੁਰੂ ਸਿੰਘ ਸਭਾ ਨੂੰ ਲੀਡ ਕਰਨ ਲਈ ਚਿੱਠੀ ਲਿਖਣ ਲਈ ਕਿਹਾ ਗਿਆ ਸੀ। ਅਸੀਂ ਉਹ ਰਾਤੋਂ ਰਾਤ ਚਿੱਠੀ ਲਿਖੀ, ਦੂਸਰੇ ਦਿਨ ਸਵੇਰੇ ਉਹ ਚਿੱਠੀ ਈਮੇਲ ਕੱਢੀ, ਤੇ ਉਹਦਾ 24 ਘੰਟਿਆਂ 'ਚ ਉਹਨਾਂ ਨੇ ਸਾਨੂੰ ਇਨਵਾਈਟ ਕਰ ਲਿਆ ਸੀ। ਤੀਸਰੇ ਦਿਨ ਤਕਰੀਬਨ 48 ਘੰਟਿਆਂ ਦੇ ਵਿੱਚ ਮੇਰੇ ਨਾਮ ਦੇ ਨਾਲ ਜਿਹੜੀ ਵਾਪਸੀ ਇਨਵੀਟੇਸ਼ਨ ਆ ਗਿਆ ਸੀ ਵੀ ਤੁਸੀਂ ਮੀਟਿੰਗ ਅਟੈਂਡ ਕਰੋਗੇ, ਤੇ ਮੈਂ ਜਿਹੜੀ ਆਪਣੀ ਕੋਰ ਟੀਮ ਸੀ ਉਹਨਾਂ ਦੇ ਨਾਲ ਡਿਸਕਸ ਕੀਤਾ ਸੀ। ਲੇਕਿਨ ਜਦੋਂ ਤੁਸੀਂ ਨੁਮਾਇੰਦੇ, ਤੁਸੀਂ ਆਪਣੇ ਆਪ 'ਚ ਕੁਛ ਨਹੀਂ ਹੋ,
ਜਦ ਤੱਕ ਤੁਹਾਡੀ ਜਿਹੜੀ ਕੋਰ ਕਮੇਟੀ ਆ, ਜਦ ਤੱਕ ਤੁਹਾਡੇ ਜਿਹੜਾ ਕੋਰ ਗਰੁੱਪ ਹੈਗਾ, ਉਹਨਾਂ ਨੂੰ ਤੁਸੀਂ ਕੰਸਲਟ ਨਹੀਂ ਕਰਦੇ। ਸਾਰਿਆਂ ਦਾ ਡਿਸੀਜਨ ਇਹ ਸੀ ਵੀ ਮਲਿਕ ਸਾਹਿਬ ਤੁਸੀਂ ਅਟੈਂਡ ਨਹੀਂ ਕਰਨੀ, ਕਿਉਂਕਿ ਉਹ ਬੰਦਾ ਉੱਥੇ ਬੈਠਾ ਹੈਗਾ, ਗੌਰਮੈਂਟ ਨੇ ਉਹਨੂੰ ਜਿਹੜਾ ਜਦ ਤੱਕ ਉਹ ਮੂਵ ਨਾ ਕਰਦੀ ਤੂੰ ਜਾ ਨਹੀਂ ਸਕਦਾ। ਸੋ ਮੇਰੇ ਕੋਲ ਕੋਈ ਐਸੀ ਪਾਵਰ ਨਹੀਂ ਕਿ ਮੈਂ ਪੰਥ ਤੋਂ ਬਾਹਰ ਹੋ ਗਿਆ ਆਪਣੇ ਆਪ ਭੱਜ ਜਾਵਾਂ ਉੱਥੇ। ਸੋ ਮੈਂ ਉਹ ਡ੍ਰੌਪ ਕਰ ਲਿਆ ਸੀ। ਇਸ ਕਰਕੇ ਸੰਗਤਾਂ ਨੂੰ ਦੱਸਣਾ ਚਾਹੁੰਦਾ ਕਿ ਉਹ ਪਹਿਲਾਂ ਇਨਵੀਟੇਸ਼ਨ ਆ ਚੁੱਕਾ ਸੀ ਆਪਾਂ ਨੂੰ, ਲੇਕਿਨ ਸੰਗਤਾਂ ਦੇ ਵਿਚਾਰ ਦੇ ਨਾਲ ਤੇ ਹੁਕਮ ਦੇ ਨਾਲ ਮੈਂ ਉਸ ਮੀਟਿੰਗ ਨੂੰ ਅਟੈਂਡ ਨਹੀਂ ਕੀਤਾ। ਤੇ ਹੁਣ ਜਿਹੜਾ ਜਦੋਂ ਉਹਨੇ ਵਿਡਰਾਉਨ ਕਰ ਲਿਆ, ਬਹੁਤ ਵੱਡੀ ਇੱਕ ਸੰਗਤਾਂ 'ਚ ਕੰਪੇਨ ਚੱਲੀ, ਉਸ ਕੰਪੇਨ ਦੇ ਸਦਕਾ ਜਿਹੜਾ ਹੈਗਾ ਗੌਰਮੈਂਟ ਉਹਨੇ ਆਪਣੇ ਆਪ ਨੂੰ ਵਿਡਰਾਉਨ ਕਰ ਲਿਆ ਹੈਗਾ। ਸੋ ਉਹ ਇਸ ਟਾਈਮ ਜਿਹੜੀ ਜਗ੍ਹਾ ਖਾਲੀ ਹੈਗੀ ਆ, ਤੇ ਉਹਦੇ ਵਾਸਤੇ ਜਿਹੜੀ ਫਿਰ ਨੈਕਸਟ ਮੀਟਿੰਗ ਅਸੀਂ ਬੁਲਾਈ ਸੀਗੀ, ਉਹ ਤਕਰੀਬਨ 113 ਕੁ ਗੁਰਦੁਆਰੇ ਇਨਵੋਲਵ, 113 ਗੁਰਦੁਆਰਿਆਂ ਦੇ ਪ੍ਰਬੰਧਕ ਇਨਵੋਲਵ ਹੋਏ ਸੀਗੇ। ਤੇ ਉਹਦੇ ਵਿੱਚ ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਹੀ ਕਿਸੇ ਨੇ ਜਿਹੜਾ ਪਾਸਵਰਡ ਹੈਕ ਕਰ ਲਿਆ। ਉਹ 1.5 ਘੰਟਾ ਮੀਟਿੰਗ ਸਾਡੀ ਚੱਲਣ ਨਹੀਂ ਦਿੱਤੀ ਗਈ। ਉਹਦੇ ਵਿੱਚ ਇੰਨੀ ਡਿਸਟਰਬੇਸ਼ਨ ਸੀ, ਕੋਈ ਗੱਡੀਆਂ ਦੇ ਹਾਰਨ ਮਾਰ ਰਿਹਾ ਸੀ, ਕੋਈ ਕੁਛ ਕਰ ਰਿਹਾ ਸੀ, ਕੋਈ ਕੁਛ ਕਰ ਰਿਹਾ ਸੀ। ਜਦੋਂ ਇੱਕ ਬੋਲਦਾ ਸੀ 4-5 ਆਵਾਜ਼ਾਂ, ਜਿਵੇਂ ਜੰਗਲ ਦੇ ਵਿੱਚ ਜਾਨਵਰਾਂ ਦੀਆਂ ਆਵਾਜ਼ਾਂ ਹੁੰਦੀਆਂ, ਇੱਦਾਂ ਦੀਆਂ ਆਵਾਜ਼ਾਂ ਕਰਨ ਲੱਗ ਗਏ। ਸੋ ਉਹ ਇੱਕ ਬਹੁਤ ਵੱਡੀ ਕਹਿ ਸਕਦੇ ਹਾਂ ਵੀ ਇੱਕ ਬਹੁਤ ਵੱਡੀ ਸ਼ਰਾਰਤ ਸੀ। ਸੋ ਹੈ ਤਾਂ ਆਪਣੇ ਭੈਣ ਭਰਾ ਜਿਹੜੇ ਕਰਦੇ ਆ, ਲੇਕਿਨ ਅਸੀਂ ਉਹਨਾਂ ਨੂੰ ਇਹੀ ਬੇਨਤੀ ਕਰਾਂਗੇ, ਕਿਉਂਕਿ ਅਗਰ ਕੋਈ ਇਹ ਕੋਈ ਸੰਸਥਾ ਤਾਂ ਐਟ ਦਾ ਮੂਮੈਂਟ ਬਣ ਨਹੀਂ ਰਹੀ ਸੀ, ਸਿਰਫ ਇਹ ਲੋਕਡਾਊਨ ਖੋਲ੍ਹਣ ਵਾਸਤੇ, ਗੁਰੂ ਘਰਾਂ ਦੇ ਪ੍ਰਬੰਧਕ ਵਾਸਤੇ ਇੱਕ ਸਲਾਹ ਮਸ਼ਵਰਾ ਦੇਣ ਵਾਸਤੇ ਕਮੇਟੀ ਬਣਨੀ ਸੀ। ਸੋ ਉਹ ਮੀਟਿੰਗ ਤਕਰੀਬਨ 1.5 ਘੰਟੇ ਬਾਅਦ ਸਾਨੂੰ, ਮੈਂ 1 ਮਿੰਟ ਲੈਣਾ ਹੋਰ, ਉਹ ਮੀਟਿੰਗ ਕੈਂਸਲ ਕਰਨੀ ਪਈ। ਹਾਂਜੀ, ਤੇ ਅੱਧੇ ਘੰਟੇ ਦੇ ਨੋਟਿਸ ਤੇ ਮੇਰੇ ਕੋਲ ਨੰਬਰ ਜਿੰਨੇ ਸੀਗੇ 60-65, ਉਨੇ ਕੁ ਬੰਦਿਆਂ ਨੂੰ ਮੈਂ ਮੈਸੇਜ ਭੇਜ ਸਕਿਆ, ਬਾਕੀਆਂ ਨੂੰ ਭੇਜ ਨਹੀਂ ਸਕਿਆ, ਕਿਉਂਕਿ ਜਿਹੜਾ ਆਪਣਾ ਲਿੰਕ ਸੀਗਾ, ਕਿਉਂਕਿ ਉਹਨਾਂ ਦੇ ਨੰਬਰ ਇੰਡੀਵਿਜੂਅਲ ਮੇਰੇ ਕੋਲ ਆਏ ਸੀ, ਉਹਨਾਂ ਨੂੰ ਇਕੱਲੇ ਬੰਦੇ ਨੂੰ ਭੇਜ ਨਹੀਂ ਸਕਦਾ। ਸੋ 65 ਤੋਂ 70 ਕੁ ਬੰਦੇ ਦੂਸਰੀ ਦੇ ਵਿੱਚ ਆਏ। ਉਦੋਂ ਬਾਅਦ ਮੀਟਿੰਗ ਪਰਫੈਕਟ ਚੱਲੀ, ਯੂਨਾਨਿਮਸਲੀ ਸਾਰੀਆਂ ਗੱਲਾਂ ਬਾਤਾਂ ਹੋਈਆਂ। ਐਂਡ ਤੇ ਦਾਸ ਨੇ ਇਹ ਵੀ ਆਫਰ ਕੀਤੀ ਵੀ ਅਗਰ ਕੋਈ ਵੀ ਹੋਰ ਮੇਰਾ ਵੀਰ ਇਹਨੂੰ ਲੀਡ ਕਰਨਾ ਚਾਹੁੰਦਾ, ਕਿਸੇ ਨੂੰ ਕੋਈ ਆਬਜੈਕਸ਼ਨ ਆ, ਤਾਂ ਮੈਂ ਉਹਦਾ ਨਾਂ, ਉਹ ਆਪਣਾ ਨਾਂ ਪੁੱਟ ਫਾਰਵਰਡ ਕਰੇ, ਮੈਂ ਉਹਨੂੰ ਨੋਮੀਨੇਟ ਕਰੂੰ। ਜਿੰਨੇ ਬੰਦੇ ਪ੍ਰੈਜ਼ੈਂਟ ਸੀ, ਇਹ ਗੱਲ ਉਹ ਬੰਦਿਆਂ ਦੀ ਜਵਾਨੀ ਆ। ਸੋ ਸਾਰਿਆਂ ਨੇ ਯੂਨਾਨਿਮਸਲੀ ਜਿਹੜਾ ਦਾਸ ਦਾ ਨਾਂ ਪੁੱਟ ਫਾਰਵਰਡ ਕੀਤਾ। ਉਹ ਅਸੀਂ ਜਿਹੜੀ ਹੈ ਸਾਰਾ ਕੁਝ ਹੋਣ ਤੋਂ ਬਾਅਦ ਨੈਕਸਟ ਡੇ ਜਿਹੜੀ ਈਮੇਲ ਪਾਈ ਆ, ਸੋ ਉਹਦਾ ਹਜੇ ਜਿਹੜਾ ਜਵਾਬ ਆ ਉਹ ਪੈਂਡਿੰਗ ਦੇ ਵਿੱਚ ਆ। ਸੋ ਇਹ ਹੈ ਹਿਸਟਰੀ ਪਿਛਲੇ 10 ਦਿਨ ਦੀ। ਮੇਰੇ ਤੁਹਾਡੀ ਜਿਹੜੀ ਗੱਲ ਤੁਸੀਂ ਕੀਤੀ, ਇਹਦੇ ਵਿੱਚ 2 ਸਵਾਲ ਮੇਰੇ ਧਿਆਨ ਚ ਆਏ। ਪਹਿਲਾ ਸਵਾਲ ਕਰਾਂਗਾ ਜ਼ਰੂਰ, ਪਰ ਤੁਸੀਂ ਉਹਦਾ ਉੱਤਰ ਦਿਓ ਜਾਂ ਨਾ ਦਿਓ, ਕਿਉਂਕਿ ਸਾਡੇ ਕੋਲ ਸਮੇਂ ਦੀ ਬੜੀ ਘਾਟ ਹੈ। ਕਿ ਠੀਕ ਹੈ, ਇੱਕ ਪਹਿਲਾ ਬੰਦਾ ਜਿਹੜਾ ਆਇਆ ਸੀ ਉਹ ਨੌਜਵਾਨ ਸੀ, ਇੱਥੋਂ ਦਾ ਪੜ੍ਹਿਆ ਲਿਖਿਆ ਮੇਰੇ ਖਿਆਲ ਹੈ ਸੀ। ਉਹ ਇੱਕ ਐਸਾ ਵੀ ਕੁਐਸਚਨ ਕੀਤਾ ਜਾਂਦਾ ਹੈ ਕਿ ਜਿਹੜੇ ਸਾਡੇ ਪੜ੍ਹੇ ਲਿਖੇ ਨੌਜਵਾਨ ਨੇ, ਕਿਉਂਕਿ ਉਹ ਅੰਗਰੇਜ਼ੀ ਦੇ ਵਿੱਚ ਮਾਹਿਰ ਨੇ, ਕਿ ਉਹਦਾ ਆਉਣਾ। ਦੂਸਰਾ, ਅਸੀਂ ਨੌਜਵਾਨਾਂ ਨੂੰ ਸਮਝਾਉਣਾ ਹੈ ਕਿ ਤੁਸੀਂ ਆਪਤਿਤਪੁਣਾ ਦੂਰ ਕਰੋ ਤੇ ਤੁਸੀਂ ਅੱਗੇ ਆ ਸਕਦੇ ਹੋ। ਮਤਲਬ ਉਹ ਇੱਕ ਸਵਾਲ ਹੈ, ਉਹ ਕਹਿੰਦੇ ਐਸਾ ਉਹਨਾਂ ਨੂੰ, ਉਸ ਬੱਚੇ ਨੂੰ ਸਮਝਾਇਆ ਨਹੀਂ ਗਿਆ। ਪਰ ਮੈਂ ਇਸ ਦਾ ਜਵਾਬ ਇਸ ਵਕਤ ਨਹੀਂ ਚਾਹਾਂਗਾ ਤੁਹਾਡੇ ਕੋਲ। ਮੈਂ ਇਸ ਵਕਤ ਸਿੱਧਾ ਜਵਾਬ ਇਸ ਕਰਕੇ ਚਾਹਾਂਗਾ ਕਿ ਤੁਸੀਂ 2 ਗੱਲਾਂ ਹੁਣੇ ਕੀਤੀਆਂ ਹੈ, ਕਿ ਤੁਸੀਂ ਬਿਲਕੁਲ ਗੱਲ ਕਲੀਅਰ ਕਰ ਦਿੱਤੀ। ਉਸ ਕਲੀਅਰ ਗੱਲ ਦੇ ਵਿੱਚੋਂ ਹੀ ਮੇਰਾ ਨੈਕਸਟ ਕੁਐਸਚਨ ਇਹ ਹੈ ਕਿ ਇਹ ਵੀ ਇਲਜ਼ਾਮ ਲੱਗਾ ਸੀ ਉਸ ਬੱਚੇ ਉੱਤੇ, ਜਿਹੜਾ ਸ਼ਾਇਦ ਜਸਵੀਰ ਸਿੰਘ ਨਾਮ ਉਹਦਾ, ਕਿ ਉਹ ਸਰਕਾਰੀ ਆਪਣੀ ਅਸਰ ਰਸੂਖ ਵਰਤ ਕੇ ਆਇਆ, ਜਾਂ ਉਹ ਸਰਕਾਰੀ ਅਸਰ ਰਸੂਖ ਦੇ ਅਧੀਨ ਆਇਆ, ਜਾਂ ਫਿਰ ਸਰਕਾਰ ਦਾ ਬੰਦਾ। ਸਿੱਧੀ ਗੱਲ ਕਰ ਲਓ। ਹੁਣ ਜਦੋਂ ਉਹ ਹਟਾ ਕੇ ਤੁਸੀਂ ਆਏ, ਤੁਹਾਨੂੰ ਸੰਗਤਾਂ ਜਾਂ ਸੰਗਤ ਜੁੜਿਆ, ਪਰ ਇਲਜ਼ਾਮ ਫੇਰ ਕਿ ਮੱਲੀ ਵੀ ਸਰਕਾਰੀ, ਮੱਲੀ ਸਾਹਿਬ ਵੀ ਸਰਕਾਰੀ ਬੰਦੇ ਨੇ, ਇਸ ਕਰਕੇ ਉਹਨਾਂ ਨੂੰ ਲੈ ਲਿਆ ਗਿਆ ਹੈ। ਮਤਲਬ ਗੱਲ ਤੇ ਉਹੀ ਹੈ, ਜੇ ਉਹ ਸੀਗਾ ਤੇ ਉਹ ਵੀ ਸਰਕਾਰੀ ਸੀ, ਜੇ ਤੁਸੀਂ ਹੋ ਤਾਂ ਤੁਸੀਂ ਵੀ ਸਰਕਾਰੀ ਹੋ। ਇਹਦੇ ਵਿੱਚ ਗੱਲ ਕੁਝ ਸਮਝ ਨਹੀਂ ਲੱਗ ਰਹੀ ਕਿ ਸਰਕਾਰੀ ਹੋਣ ਦੇ ਨਾਤੇ ਅੱਗੇ ਆਏ ਹੋ, ਕਿ ਤੁਹਾਨੂੰ ਇੱਕਦਮ ਡਾਕਟਰ ਸਾਹਿਬ ਤੁਹਾਡਾ ਵੀ ਅਸਰ ਰਸੂਖ ਹੈ। ਡਾਕਟਰ ਸਾਹਿਬ, ਇੱਥੇ ਤੁਸੀਂ ਆਪਣਾ ਜਿਹੜੀ ਮੈਂ ਤੁਹਾਨੂੰ ਐਕਸਪਲੇਨ ਕੀਤਾ ਬਈ 4 ਮੀਟਿੰਗਾਂ ਕੀਤੀਆਂ, 4 ਮੀਟਿੰਗਾਂ ਦੇ ਵਿੱਚ ਜਿਹੜੀ ਪ੍ਰੈਜ਼ੈਂਸ ਸੀ ਉਹ ਹੋਈ। ਉੱਥੇ ਨਾਮਜ਼ਦਗੀ, ਉੱਥੇ ਜਿਹੜੀ ਨਾਮ ਜਿਹੜਾ ਕੀਤਾ ਗਿਆ ਵੀ ਇਹ ਬੰਦਾ, ਨੋਮੀਨੇਸ਼ਨ ਦਿੱਤੀ ਗਈ। ਫਿਰ ਦਾਸ ਨੇ ਖੁਦ ਲਾਸਟ ਮੀਟਿੰਗ ਦੇ ਵਿੱਚ ਆਫਰ ਕੀਤਾ ਸਾਰਿਆਂ ਨੂੰ, ਅਗਰ ਕੋਈ ਬੰਦਾ ਵੀ ਇਹਨੂੰ ਹੋਰ ਵੀਰ ਲੀਡ ਕਰਨਾ ਚਾਹੁੰਦਾ ਹੈਗਾ, ਤੇ ਸਾਰਿਆਂ ਨੇ, ਜਾਂ ਤਾਂ ਸਾਰੇ ਸਰਕਾਰੀ ਆ ਜਿੰਨੇ ਸਾਡੀਆਂ ਮੀਟਿੰਗਾਂ ਦੇ ਵਿੱਚ ਆਏ, ਫਿਰ ਸਾਰੇ ਸਰਕਾਰੀ ਹੋ ਗਏ। ਜਿੰਨਾ ਗੁਰਦੁਆਰੇ, ਜਿੰਨੇ ਯੂਕੇ ਦੇ ਗੁਰਦੁਆਰੇ ਹੋਏ, ਸਾਰੇ ਸਰਕਾਰੀ ਹੋ ਗਏ। ਜਿਨ੍ਹਾਂ ਨੇ, ਮੈਨੂੰ ਗੁਰਦੁਆਰੇ ਦੇ ਨੁਮਾਇੰਦਿਆਂ ਨੇ ਚੁਣਿਆ, ਸਰਕਾਰ ਨੇ ਤਾਂ ਚੁਣਿਆ ਨਹੀਂ ਮੈਨੂੰ। ਸਰਕਾਰ ਨੇ ਤਾਂ ਹਜੇ ਉੱਥੇ ਨਾਮਜ਼ਦਗੀ ਗਈ ਆ, ਨਾਮਜ਼ਦਗੀ ਗੁਰੂ ਘਰਾਂ ਦੇ ਸਿੱਖਾਂ ਨੇ ਬਣਾ ਕੇ ਭੇਜੀ ਆ। ਤੇ ਇਹ ਜਿਹੜੇ ਬੰਦੇ ਕਹਿੰਦੇ ਹੈਗੇ ਆ, ਇਹਦੇ ਵਾਸਤੇ ਹੁਣ ਮੈਂ ਦੱਸੋ ਇਹਦੇ ਬਾਰੇ ਮੇਰੇ ਕੋਲ ਕੀ ਜਵਾਬ ਆ ਇਹਦੇ ਬਾਰੇ?
ਸ਼ੁਰੂ ਤੋਂ ਹੀ ਕਿਉਂਕਿ ਕਿਹਾ ਜਦੋਂ ਜਾਂਦਾ ਨਹੀਂ ਕਿ ਡਾਕਟਰ ਸਾਹਿਬ ਸ਼ੁਰੂ ਤੋਂ ਕਿਹਾ ਡਾਕਟਰ ਜਾਂਦਾ ਸਾਹਿਬ ਕਿ ਮੱਲੀ ਹੁਣ ਸਾਹਿਬ ਮੇਰੀ ਗੱਲ ਸੁਣੋ, ਕੋਈ ਜੀ ਵੀ ਸਾਡੇ ਸੁਣੋ ਮੇਰੀ ਗੱਲ, ਕੋਈ ਵੀ ਜੀ ਦੁਨੀਆ ਜੀ ਦੇ ਉੱਤੇ ਜਿਹੜਾ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ, ਜਦ ਤੱਕ ਉਹ ਸ਼ਹੀਦ ਨਹੀਂ ਹੁੰਦਾ ਜਾਂਦਾ ਉਦੋਂ ਤੱਕ ਗਦਾਰ ਹੀ ਗਦਾਰ ਆ। ਹਰ ਬੰਦੇ ਦੇ ਨਾਂ ਦੇ ਉੱਤੇ ਗਦਾਰੀ ਦਾ ਟਿੱਕਾ ਤਾਂ ਸਾਡੇ ਜਿਹੜੇ ਇੱਕੀ ਦੁੱਕੀ ਕੋਲੇ ਇਹ ਮੋਹਰ ਲੱਗੀ ਹੋਈ ਆ ਕਿ ਲਾ ਦਿਓ, ਕਿ ਜਦ ਸ਼ਹੀਦ ਹੋ ਗਿਆ ਫਿਰ ਉਹਦੇ ਵਾਰਾਂ ਗਾਈ ਜਾਣੇ, ਕਿ ਉਹਦੀਆਂ ਵਾਰਾਂ ਤੇ ਫਿਰ ਪੈਸੇ ਇਕੱਠੇ ਹੋਣੇ ਆ। ਜਦ ਤੱਕ ਉਹ ਸ਼ਹੀਦ ਨਹੀਂ ਹੁੰਦਾ ਉਹਨਾਂ ਚਿਕਰ ਗਦਾਰ ਆ। ਜਦੋਂ ਸ਼ਹੀਦੀ ਪਾ ਗਿਆ ਫਿਰ ਸਾਡਾ ਸ਼ਹੀਦ ਬਣ ਜਾਂਦਾ। ਸੋ ਕਿਉਂਕਿ ਸ਼ਹੀਦੀ ਦੇ ਗਦਾਰ ਦੇ ਨਾਂ ਤੇ ਉਹਨਾਂ ਨੂੰ ਕੁਝ ਮਿਲਦਾ ਹੋਊਗਾ ਕਹਿਣ ਤੇ, ਸ਼ਹੀਦਾਂ ਦੇ ਨਾਂ ਤੇ ਉਹਨਾਂ ਨੂੰ ਪੈਸੇ ਇਕੱਠੇ ਹੁੰਦੇ ਆ। ਸੋ ਗੱਲ ਇਹ ਆ, ਜਦੋਂ ਪੂਰੇ ਨੈਸ਼ਨਲ ਲੈਵਲ ਤੇ ਮੀਟਿੰਗ ਕਰਕੇ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੱਤਾ ਵੀ ਆਹ ਮੀਟਿੰਗ ਹੋਈ, ਤੇ ਉਦੋਂ ਬਾਅਦ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ 67 ਸੇਵਾਦਾਰ ਨੇ ਹਿੱਸਾ ਲਿਆ, ਕਿਸੇ ਨੇ ਨਾ ਓਬਜੈਕਸ਼ਨ ਨਹੀਂ ਕੀਤਾ। ਜਾਂ ਤਾਂ ਫਿਰ ਇਹ ਜਿੰਨੇ ਸਾਰੇ ਆਏ ਸੀਗੇ ਉਹ ਸਾਰੇ ਸਰਕਾਰੀ ਆ ਤੇ ਸਾਰੇ ਸਰਕਾਰ ਨਾਲ ਮਿਲੇ ਹੋਏ ਆ, ਤੇ ਮੇਰਾ ਨਾਂ ਇਸ ਕਰਕੇ, ਮੇਰਾ ਸਰਕਾਰ ਨੇ ਤਾਂ ਨਾ ਹਜੇ, ਮੇਰੇ ਸਰਕਾਰ ਵੱਲੋਂ ਤਾਂ ਨਾ ਆਇਆ ਨਹੀਂ ਮੇਰਾ ਹਜੇ ਦੂਜੀ ਵਾਰੀ, ਕਿਉਂਕਿ ਪਹਿਲੀ ਵਾਰੀ ਸੈਕੰਡ ਨੇ ਕਿਹਾ ਡ੍ਰੌਪ ਕਰ ਦੇ, ਆਪਾਂ ਡ੍ਰੌਪ ਕਰ ਦਿੱਤਾ। ਫਿਰ ਸਰਕਾਰੀ ਤੇ ਨਾ ਸਰਕਾਰੀ ਦੀ ਤਾਂ ਗੱਲ ਨਹੀਂ। ਐਸਾ ਕਿਹਾ ਜਾਂਦਾ ਕਿ ਕਹਿੰਦੇ ਮੈਂ ਮੋਦੀ ਸਾਹਿਬ ਨਾਲ ਵੀ ਹੱਥ ਮਿਲਾਉਂਦੇ, ਉੱਥੇ ਵੀ ਸਰਕਾਰੀ ਦਰਬਾਰ 'ਚ ਮੋਦੀ ਸਾਹਿਬ ਦੀ ਚੰਗੀ ਚੱਲਦੀ ਹੈ, ਇੱਥੇ ਵੀ ਹਾਈ ਕਮਿਸ਼ਨ ਤੇ ਜਾ ਕੇ ਮੋਦੀ ਸਾਹਿਬ ਕਈ ਵਾਰ ਕਾਫੀ ਪੀਂਦੇ ਆ, ਚਾਹ ਪੀ ਕੇ ਆ ਜਾਂਦੇ। ਚਾਹ ਪੀਣਾ ਤਾਂ ਕੋਈ ਮਾੜੀ ਗੱਲ ਨਹੀਂ, ਪਰ ਦੇਖੋ ਮੈਂ ਇਹਦਾ ਜਵਾਬ ਮੈਂ ਇਹ ਦੇਣਾ ਚਾਹੁੰਦਾ। ਮੈਨੂੰ ਥੋੜਾ ਜਵਾਬ, ਮੈਨੂੰ ਨਾਲ ਦੀ ਨਾਲ ਕੁਐਸਚਨ ਦੇਣਾ, ਮੈਨੂੰ ਜਵਾਬ ਦੇਣ ਦਿਓ ਬਈ। ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਤਕਰੀਬਨ 36 ਸਾਲ ਹੋ ਗਏ, ਤੇ 36 ਸਾਲਾਂ ਦੇ ਵਿੱਚ 2015 ਤੱਕ ਆਪਾਂ 30 ਸਾਲ ਹੋ ਗਏ ਸੀਗੇ। 30 ਸਾਲਾਂ ਦੇ ਵਿੱਚ ਆਪਾਂ ਅਚੀਵ ਕੀ ਕੀਤਾ, ਆਪਾਂ ਇਹਦੇ ਤੇ ਡਿਬੇਟ ਕਿਸ ਤਰ੍ਹਾਂ ਰੱਖ ਲਿਓ ਤੁਸੀਂ, ਤੇ ਆਪਾਂ ਪੂਰਾ ਡਿਬੇਟ ਕਰਾਂਗੇ ਇਹਦੇ ਤੇ ਵੀ 30 ਸਾਲਾਂ ਤੱਕ ਆਪਾਂ ਕੀ ਕੀਤਾ। ਪਰ ਮੈਨੂੰ ਮੋਦੀ ਸਾਹਿਬ ਦਾ, ਮੈਨੂੰ ਪ੍ਰਧਾਨ ਮੰਤਰੀ ਦਾ ਜਵਾਬ ਦੇਣ ਦਿਓ ਵੀ ਮੋਦੀ ਨਾਲ ਜਿਹੜੀ ਚਾਹ ਪੀਂਦੇ ਆ, ਆਪਾਂ ਕਿਸੇ ਨਾਲ ਚਾਹ ਨਹੀਂ ਪੀਤੀ। ਅਗਰ ਉੱਥੇ ਮੀਟਿੰਗ ਰੱਖੀ ਆ ਤਾਂ ਤਕਰੀਬਨ 35 ਪੂਰੇ ਨੈਸ਼ਨਲ ਲੈਵਲ ਯੂਕੇ ਦੇ ਉੱਥੇ ਸਿੱਖ ਬੈਠੇ ਸੀ ਜਿਨ੍ਹਾਂ ਦੀ ਨੁਮਾਇੰਦਗੀ ਕੀਤੀ ਗਈ। ਭਾਈ ਮਹਿੰਦਰ ਸਿੰਘ ਜੀ ਉੱਥੇ ਸੀ, ਡਾਕਟਰ ਰਾਏ ਉੱਥੇ ਸੀ, ਹੋਰ ਨੁਮਾਇੰਦੇ ਉੱਥੇ ਸੀ। ਜਿਹੜੇ ਉੱਥੇ ਹੋ ਕੇ ਵੀ ਆਪਣੇ ਆਪ ਨੂੰ ਸੱਚੇ ਸੁੱਚੇ ਬਣਦੇ ਹੈਗੇ ਆ, ਉਹ ਤਾਂ ਹੈਗੇ ਆ ਪੰਥ ਦੇ ਲੀਡਰ। ਤੇ ਜਿਹੜੇ ਬੰਦਿਆਂ ਨੇ ਗੱਲਾਂ ਬਾਤਾਂ ਕੀਤੀਆਂ, ਕੁਐਸਚਨ ਕੀਤੇ, ਜਾਂ ਆਪਣਾ ਜਿਹੜੀਆਂ ਮੰਗਾਂ ਰੱਖੀਆਂ, 9 ਮੰਗਾਂ ਰੱਖੀਆਂ ਸੀ, 9 ਦੇ ਵਿੱਚੋਂ 4 ਪਿਛਲੇ 5 ਸਾਲਾਂ ਦੇ ਵਿੱਚ ਪੂਰੀਆਂ ਹੋਈਆਂ। ਪਰ ਇਹਨਾਂ ਲੋਕਾਂ ਨੇ ਇੰਨਾ ਗੰਦ ਪਾਇਆ ਕਿ ਕਹਿੰਦੇ ਜੀ ਆਪਣਾ ਕਾਲੀਆਂ ਸੂਚੀਆਂ ਉਹਨਾਂ ਉਦੋਂ ਬਾਅਦ ਕਲੀਅਰ ਹੋਈਆਂ। ਸਿੱਖ ਜੇ ਪੈਰੋਲ ਤੇ ਆਉਣੇ ਸ਼ੁਰੂ ਹੋਏ, ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਜੇ ਫਾਂਸੀ ਮਾਫ ਹੋਈ ਉਦੋਂ ਬਾਅਦ ਚ ਮਾਫ ਹੋਈ। ਸਿੱਖ ਪੈਰੋਲ ਤੇ ਆਏ ਉਦੋਂ ਬਾਅਦ ਆਏ। ਦਿੱਲੀ ਦੇ ਦੰਗਿਆਂ ਦੀ, ਜਦੋਂ ਆਪਾਂ ਦਿੱਲੀ ਦੇ ਦੰਗਿਆਂ ਦੀ ਨਹੀਂ, ਦਿੱਲੀ ਦੇ ਕਤਲੇਆਮ ਜਦੋਂ ਗੱਲ ਕਰਦੇ ਆ, ਉਹ ਕੇਸ ਉਦੋਂ ਬਾਅਦ ਚ ਖੁੱਲੇ। ਜਿਹੜੀਆਂ ਆਪਣੀਆਂ ਜਿਹੜੇ 2-3 ਬੰਦੇ ਮੋਹਰੇ ਸੀਗੇ ਉਹਨਾਂ ਨੂੰ ਸਜ਼ਾਵਾਂ ਹੁਣ ਹੋਈਆਂ। ਤੇ ਜੇ ਆਪਾਂ ਕਹੀਏ ਵੀ ਕੁਛ ਵੀ ਨਹੀਂ ਹੋਇਆ, ਆਪਾਂ ਇਹ ਤਾਂ ਕਹਿ ਨਹੀਂ ਸਕਦੇ। ਬਹੁਤ ਕੁਛ ਹੋਇਆ ਵੀ ਆ ਤੇ ਬਹੁਤ ਕੁਛ ਹੋਣ ਵਾਲਾ। ਜਿਹੜਾ ਹੋਣ ਵਾਲਾ ਉਹਦੇ ਲਈ ਅਸੀਂ ਇਕੱਠ ਨਹੀਂ ਕਰਦੇ, ਅਸੀਂ ਹਰ ਬੰਦੇ ਤੇ ਮੋਹਰ ਲਾ ਦਿੰਦੇ। ਇਹ RSS ਦਾ ਬੰਦਾ ਜੀ, ਇਹ ਗੌਰਮੈਂਟ ਦਾ ਬੰਦਾ ਚੁਣਿਆ ਮੈਨੂੰ ਸਿੱਖਾਂ ਦੇ ਨੁਮਾਇੰਦਿਆਂ ਨੇ ਆ, ਤੇ ਕਹੀ ਜਾਂਦੇ ਅਸੀਂ ਇਹ ਗੌਰਮੈਂਟ ਦਾ ਬੰਦਾ। ਗੌਰਮੈਂਟ ਨੇ ਹਜੇ ਮੇਰੀ ਐਪਲੀਕੇਸ਼ਨ, ਕਿਉਂਕਿ ਲੋਕ ਗੰਦ ਪਾਉਣ ਵਾਲੇ ਬਹੁਤ ਹੈਗੇ ਆ, ਗੌਰਮੈਂਟ ਨੇ ਹਜੇ ਤੱਕ ਉਹ ਅਪਰੂਵਲ ਨਹੀਂ ਕੀਤਾ। ਤੇ ਆਪਾਂ ਮੈਨੂੰ ਮੈਂ ਤਾਂ ਇਸ ਗੱਲ ਦਾ ਥੋੜਾ ਜਿਹਾ ਸੱਸੋ ਪੰਜ ਵੀ, ਇਹ ਜੇ ਇੱਕ ਪਾਸੇ ਕਹਿੰਦੇ ਖਾਲਿਸਤਾਨੀ ਆ, ਦੂਜੇ ਕਹਿੰਦੇ ਸਰਕਾਰੀ ਆ, ਇਹਦਾ ਪਹਿਲਾਂ ਨਿਚੋੜ ਕੱਢ ਲੈਣ ਵੀ ਕਿਹੜੇ ਪਾਸੇ ਮੈਨੂੰ ਲਾਉਣਾ ਹੈ, ਕਿਹੜੀ ਸਟੈਂਪ ਲਾਉਣੀ ਹੈ ਮੇਰੇ ਤੇ। ਤੁਸੀਂ ਕੀ ਚਾਹਦੇ ਹੋ? ਨਹੀਂ, ਮੈਂ ਤਾਂ ਆਪਣੀ ਕੋਸ਼ਿਸ਼ ਕਰ ਰਿਹਾ ਕਿ ਮੈਂ ਇੱਕ ਸੇਵਾਦਾਰ ਬਣ ਕੇ ਕੰਮ ਕਰਦਾ ਰਹਾਂ, ਜਿੰਨੀ ਕਿ ਮੇਰੀ ਗੁਰੂ ਨੇ ਡਿਊਟੀ ਲਾਈ ਹੋਈ ਆ। ਮੈਂ ਤਾਂ ਇੱਕ ਸੇਵਾਦਾਰ ਬਣ ਚਾਹੁੰਦਾ ਨਾ, ਮੈਂ ਤਾਂ ਕਿਸੇ ਪਾਸੇ ਨਹੀਂ ਜਾਣਾ ਚਾਹੁੰਦਾ। ਮੈਂ ਤਾਂ ਗੁਰੂ ਦਾ ਸਿੱਖ ਹਾਂ। ਹੱਕਾਂ ਦੀ ਗੱਲ ਜਦੋਂ ਵੀ ਗੱਲ ਆਉਂਦੀ ਆ, ਅਗਰ ਕੋਈ ਅਤਿਆਚਾਰ ਹੁੰਦਾ, ਆਪਾਂ ਉਹਦੀ ਗੱਲ ਪ੍ਰਾਇਓਰਟੀ ਬੇਸ ਤੇ ਕਰਦੇ ਹਾਂ। ਅਗਰ ਉੱਥੇ ਹਾਈ ਕਮਿਸ਼ਨ ਜਾਂਦੇ ਆ, ਕੈਪਟਨ ਹਰਮਿੰਦਰ ਸਿੰਘ ਆਏ ਸੀ, ਉੱਥੇ ਜਾ ਕੇ ਜਿੰਨੇ ਇੱਥੇ ਲੋਕ 30 ਸਾਲਾਂ ਤੋਂ ਬੈਠੇ ਉਹਨਾਂ ਦੀ ਗੱਲ ਕੀਤੀ ਗਈ, ਉਹਨਾਂ ਤੇ ਅਮਲ ਹੋਇਆ। ਪਰ ਹਰ ਪੋਲੀਟੀਕਲ ਪਾਰਟੀਆਂ ਆਪਣੀਆਂ ਵੋਟਾਂ ਦੇ ਮੁਤਾਬਕ ਕੰਮ ਕਰਦੀਆਂ, ਇਹ ਆਪਾਂ ਨੂੰ ਜਾਣ ਲੈਣਾ ਚਾਹੀਦਾ। 35 ਸਾਲਾਂ ਦੇ ਵਿੱਚ ਹਰ ਵਾਰੀ ਇਸ ਗੱਲਾਂ ਨੂੰ ਉਛਾਲਿਆ ਜਾਂਦਾ ਤੇ ਵੋਟਾਂ ਲਈਆਂ ਜਾਂਦੀਆਂ। ਉਹਨਾਂ ਦਾ ਕੰਮ ਹੈਗਾ ਸਿਰਫ ਇਹਨਾਂ ਨੂੰ ਇਮੋਸ਼ਨਲ ਕਰਕੇ ਵੋਟਾਂ ਕਿੱਦਾਂ ਲੈਣੀਆਂ। ਸਾਡਾ ਕੰਮ ਆ, ਅਸੀਂ ਉਹਨਾਂ ਤੋਂ ਆਪਣੇ ਜਿਹੜੇ ਕੰਮ ਹੋਏ ਆ, ਜਿਹੜੇ ਸਾਡੇ ਭਰਾ ਮਰੇ ਆ, ਜਿਹੜੇ ਸ਼ਹੀਦ ਹੋਏ ਆ, ਉਹਨਾਂ ਨੂੰ ਅਸੀਂ ਕਿਵੇਂ ਉਹਨਾਂ ਲੋਕਾਂ ਨੂੰ ਸਜ਼ਾਵਾਂ ਕਿਵੇਂ ਦੇਣਾ। ਸਾਡਾ ਇਹ ਏਜੰਡਾ ਹੋਣਾ ਚਾਹੀਦਾ। ਅਸੀਂ ਆਪਣੀ ਜਿਹੜੀ ਆਜ਼ਾਦ ਹਸਤੀ ਸਾਡੀ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਦਿੱਤੀ ਹੈ, ਉਸ ਆਜ਼ਾਦ ਹਸਤੀ ਨੂੰ ਜਿੱਥੇ ਵੀ ਅਸੀਂ ਰਹਿੰਦੇ ਹਾਂ
ਉਹਨੂੰ ਬਰਕਰਾਰ ਕਿੱਦਾਂ ਰੱਖਣਾ। ਸਾਡਾ ਏਜੰਡਾ ਇਹ ਹੋਣਾ ਚਾਹੀਦਾ। ਤੁਸੀਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹੋ, ਹੁਣ ਇਸ ਵਕਤ ਤੁਸੀਂ ਸਿੱਖਾਂ ਦੀ ਵੀ ਨੁਮਾਇੰਦਗੀ ਕਰ ਰਹੇ ਹੋ। ਸਾਡੇ ਲਈ ਕਿਉਂਕਿ ਇਸ ਵਕਤ ਮਸਲਾ ਮਰਿਆਦਾ ਦਾ ਵੀ ਹੈ ਨਾਲ ਹੀ ਨਾਲ, ਕਿਉਂਕਿ ਲੋਕਡਾਊਨ ਤੋਂ ਬਾਅਦ ਮਰਿਆਦਾ ਦੀ ਗੱਲ ਵੀ ਤਾਂ ਚੱਲੇਗੀ ਨਾ, ਕਿ ਉਹ ਜਿਹੜੀ ਆਪਾਂ ਸ਼ੁਰੂ ਕੀਤੀ ਸੀ। ਜਿਸ ਸਿੰਘ ਸਭਾ ਦੀ ਤੁਸੀਂ ਨੁਮਾਇੰਦਗੀ ਕਰਦੇ ਹੋ ਜਾਂ ਜਿਸ ਵੀ ਸੰਸਥਾਵਾਂ ਦੀ ਤੁਸੀਂ ਨੁਮਾਇੰਦਗੀ ਕਰਦੇ ਹੋ, ਕਿ ਉੱਥੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਪੂਰੀ ਸਖਤੀ ਨਾਲ ਲਾਗੂ ਹੈ? ਬਿਲਕੁਲ ਹੈ ਜੀ। ਤੇ ਜਿਹੜੇ ਤੁਸੀਂ ਮੈਂਬਰਸ ਲਏ ਨੇ ਉਹਨਾਂ ਦੇ ਵਿੱਚੋਂ ਕੁਝ ਸੰਤ ਮਹਾਂਪੁਰਖ ਵੀ ਨੇ, ਐਸਾ ਕਿਹਾ ਜਾਂਦਾ ਕਿ ਉਹਨਾਂ ਦੀਆਂ ਆਪਣੀਆਂ ਮਰਿਆਦਾਵਾਂ ਅਲੱਗ-ਅਲੱਗ ਨੇ। ਦੇਖੋ, ਅੱਜ ਪਹਿਲੀ ਗੱਲ ਤਾਂ ਮਰਜ਼ਾਦਾ, ਅੱਜ ਮੁੱਦਾ ਹੈਗਾ ਕੋਵਿਡ-19 ਗੁਰੂ ਘਰ ਕਿੱਦਾਂ ਖੋਲਣੇ ਆ। ਇਹ ਮੁੱਦਾ ਇੱਕ ਵੱਖਰਾ ਵੀ, ਇਹ ਇੱਕ ਵੱਖਰਾ ਨਹੀਂ ਸੁਣੋ ਮੇਰੀ ਗੱਲ, ਇਹ ਇੱਕ ਬਹੁਤ ਵੱਡਾ ਤਾਣਾ ਜਿਹੜੀ ਤਾਣੀ ਸਾਡੀ ਵਿਗੜੀ ਹੋਈ ਆ, ਉਹਨੂੰ ਜੇ ਤੁਸੀਂ ਕਹੋ ਵੀ ਮੈਂ ਗੁਰਮੇਲ ਸਿੰਘ ਮੱਲੀ ਇੱਕ ਦਿਨ ਸੁਲਝਾ ਦੂਗਾ। ਸਾਡੇ ਗੁਰੂ ਸਾਹਿਬ ਨੂੰ 239 ਸਾਲ ਲੱਗੇ ਸੀ ਗੁਰੂ ਗ੍ਰੰਥ ਸਾਹਿਬ ਨੂੰ ਕੰਪਾਈਲ ਕਰਨ ਤੱਕ, ਤੇ ਜੇ ਜਿਹੜਾ ਹੁਣ ਤਾਣਾ ਫਿਰ ਪਿਛਲੇ 200-250 ਸਾਲ ਦੇ ਵਿੱਚ ਵਿਗੜ ਚੁੱਕਾ, ਹਰ ਬੰਦਾ ਚੋੜਾ ਪਾ ਕੇ, ਹਰ ਬੰਦਾ ਗੋਲ ਦਸਤਾਰ ਬੰਨ ਕੇ ਕਹਿੰਦਾ ਮੈਂ ਹੀ ਪ੍ਰਚਾਰਕ ਹਾਂ, ਉਹ ਸਾਡੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਕੰਡੈਮ ਕਰ ਰਿਹਾ, ਉਹ ਸਾਡੀਆਂ ਸਭਾਵਾਂ ਨੂੰ ਕੰਡੈਮ ਕਰ ਰਿਹਾ। ਹਰ ਗੁਰੂ ਘਰਾਂ ਦੇ ਵਿੱਚ ਆ ਕੇ ਸਾਡੇ ਪ੍ਰਚਾਰਕ ਉਹੋ ਜਿਹੇ ਬੈਠੇ ਆ। ਇਹ ਜਦ ਤੱਕ ਸਾਡਾ ਜਿਹੜਾ ਪਿੱਛੇ ਢਾਂਚਾ ਬਣਿਆ ਹੋਇਆ ਉਹਨੂੰ ਨਹੀਂ ਸੁਧਾਰਾਂਗੇ। ਅੱਜ ਅਸੀਂ ਬ੍ਰਿਟਿਸ਼ ਕੰਟਰੀ ਦੇ ਇਸ ਕੰਟਰੀ ਦੇ ਵਿੱਚ ਰਹਿੰਦੇ ਹਾਂ, ਸਾਡੇ ਬੱਚੇ ਇੱਥੇ ਵੱਡੇ ਹੋ ਰਹੇ ਆ। ਸਾਨੂੰ ਸਭ ਤੋਂ ਪਹਿਲੇ ਪ੍ਰਾਇਓਰਟੀ ਸਾਡੇ ਬੱਚਿਆਂ ਦਾ ਫਿਕਰ ਹੋਣਾ ਚਾਹੀਦਾ ਕਿ ਸਾਡੇ ਬੱਚੇ ਸਰਕਾਰੀ ਦਰਬਾਰੇ ਚੰਗੀਆਂ ਨੌਕਰੀਆਂ ਤੇ ਜਾਣ, ਚੰਗੀ ਪੜ੍ਹਾਈ ਕਰਾਈਏ, ਚੰਗੇ ਉਹ ਪੋਲੀਟੀਸ਼ੀਅਨ ਬਣਨ ਤਾਂ ਕਿ ਸਾਡੀ ਕੌਮ ਦੀ ਸੇਵਾ ਕਰ ਸਕਣ। ਤੇ ਦੂਸਰਾ ਏਜੰਡਾ ਜਿਹੜਾ ਹੈਗਾ ਸਾਡਾ ਪੰਥ ਦਾ, ਅਕਾਲ ਤਖਤ ਦਾ, ਉਸ ਏਜੰਡੇ ਨੂੰ ਵੀ ਮੱਦੇ ਨਜ਼ਰ ਰੱਖਦੇ ਹਾਂ। ਜੇ ਗੁਰਦੁਆਰੇ ਅਸੀਂ ਸਾਰੇ ਇਕੱਠੇ ਹੋ ਕੇ, ਪੂਰੇ ਵਰਲਡ ਦੇ ਜਿਹੜੇ ਗੁਰਦੁਆਰੇ ਇਕੱਠੇ ਹੋ ਕੇ ਅਗਰ ਅਸੀਂ ਇਸ ਪਾਸੇ ਤੁਰਾਂਗੇ ਤੇ ਇਹ ਮਸਲੇ ਵੀ ਹੱਲ ਹੋ ਸਕਦੇ ਆ। ਅੱਜ ਸਾਨੂੰ ਬਹੁਤ ਚੰਗਾ ਵਧੀਆ ਜਥੇਦਾਰ ਮਿਲਿਆ ਜਿਹੜਾ ਪੂਰੀ ਗੱਲ ਵਧੀਆ ਠੋਕ ਵਜਾ ਕੇ ਗੱਲ ਕਰ ਰਿਹਾ। ਸੋ ਸਾਨੂੰ ਜਦ ਤੱਕ ਆਪਾਂ ਉਹਦੀ ਸਪੋਰਟ ਨਹੀਂ ਕਰਾਂਗੇ, ਜਦ ਤੱਕ ਸੰਗਤਾਂ ਉਹਦੇ ਪਿੱਛੇ ਨਹੀਂ ਖੜਨਗੀਆਂ। ਉਹਨਾਂ ਨੇ ਕਿਹਾ ਸੀ ਵੀ ਵੋਟਾਂ ਮੌਕੇ ਸਾਰੇ ਤੁਰ ਪੈਂਦੇ ਆ ਉਧਰ, ਤੇ ਜਦੋਂ ਕੋਈ ਗੱਲਬਾਤ ਆਉਂਦੀ ਹੈ ਫਿਰ ਕਹਿੰਦੇ ਜਥੇਦਾਰ ਹੁਣ ਅਨਾਉਂਸ ਕਰੇ। ਜਥੇਦਾਰ ਕੋਲੇ ਤਾਂ ਜਥੇਦਾਰ ਦੇ ਪੰਜ ਸੰਸਥਾਵਾਂ ਖੜਦੀਆਂ ਨੇ। ਅੱਜ ਪਿਛਲੇ 1.5 ਸਾਲ ਦੇ ਵਿੱਚ ਕਿੰਨੀਆਂ ਕੁ ਸੰਸਥਾਵਾਂ ਨੇ ਉਹਨਾਂ ਨੇ ਖੜ ਕੇ ਬਿਆਨ ਦਿੱਤੇ ਵੀ ਅਸੀਂ ਜਥੇਦਾਰ ਦੇ ਨਾਲ ਹਾਂ। ਸੋ ਇਹ ਗੱਲਾਂ ਸੋਚਣ ਵਾਲੀਆਂ, ਵਿਚਾਰਨ ਵਾਲੀਆਂ। ਇਹ ਮਰਜ਼ਾਦਾ ਦੀ ਗੱਲ, ਇਹ ਲੰਬਾ ਵਿਸ਼ਾ, ਇਹਦੇ ਤੇ ਇਹ ਜਥੇਦਾਰਾਂ ਦਾ ਵਿਸ਼ਾ ਮੇਰਾ ਵਿਸ਼ਾ ਨਹੀਂ। ਮੇਰਾ ਅੱਜ ਦਾ ਵਿਸ਼ਾ ਕੋਵਿਡ-19 ਹੈ। ਇਹਦੇ ਬਾਰੇ ਤੁਸੀਂ ਜਿਹੜੀ ਵੀ ਤੁਹਾਨੂੰ ਲੱਗਦੀ ਆ, ਮੈਂ ਤੁਹਾਨੂੰ ਕਲੀਅਰ ਕਰ ਦਿੱਤਾ ਕਿ ਮੈਨੂੰ ਜਿਹੜੀ ਨਾਮਜ਼ਦਗੀ ਹੋਈ ਆ ਉਹ ਗੁਰੂ ਘਰ ਦੇ ਪਿਆਰਿਆਂ ਨੇ, ਗੁਰਮੁਖਾਂ ਨੇ, ਸਾਰਿਆਂ ਨੇ ਰਲ ਕੇ ਦਿੱਤੀ ਹੈਗੀ ਆ। ਹੁਣ ਇਹ ਤੁਸੀਂ ਡਿਸਾਈਡ ਕਰ ਲਓ, ਜਾਂ ਜਿਹੜੀਆਂ ਸੰਗਤਾਂ ਡਿਸਾਈਡ ਕਰ ਲੈਣ ਵੀ ਸਾਨੂੰ ਕਿਹੜੀ ਸਟੈਂਪ ਲਾਉਣੀ ਆ, ਕਿਉਂਕਿ ਅਸੀਂ ਤਾਂ ਕੋਈ ਹਸਤੀ ਨਹੀਂ। ਮੇਰੇ ਕੋਲ ਇੱਕ ਦੋ ਹੋਰ ਸਵਾਲ ਵੀ ਨੇ। ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਹੈ, ਮੈਂ ਉਸ ਸਵਾਲ ਤੇ ਆਣਾ ਇੱਕ ਕਾਲ ਮੈਂ ਲੈ ਲਵਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਜੀਤ ਕੌਰ ਬੋਲਦੀ ਹਾਂ ਸਾਊਥਲ ਤੋਂ। ਜੀ ਭੈਣ ਜੀ। ਤੇ ਮੈਂ ਤੁਹਾਨੂੰ ਧੰਨਵਾਦ ਕਰਦੀ, ਤੁਸੀਂ ਆਹ ਟੌਪਿਕ ਲੈ ਕੇ ਆਏ ਆ। ਥੈਂਕ ਯੂ ਭੈਣ ਜੀ। ਸਿੱਖ ਦਾ ਮਸਲਾ ਆ, ਪੰਥਕ ਦਾ ਮਸਲਾ ਆ। ਸਰਦਾਰ ਗੁਰਮੇਲ ਸਿੰਘ ਮੱਲੀ ਜੀ ਬਹੁਤ ਸੋਹਣੀ ਤਰ੍ਹਾਂ ਸੇਵਾ ਕਰਦੇ ਆ ਸਾਡੇ ਗੁਰਦੁਆਰਿਆਂ ਤੇ। ਗੌਰਮੈਂਟ ਨਾਲ ਵੀ, ਮੀਡੀਆ ਨਾਲ ਵੀ, ਸੰਗਤ ਨਾਲ ਵੀ ਬਹੁਤ ਸੋਹਣੀ ਤਰ੍ਹਾਂ ਗੱਲ ਕਰੂਗੇ, ਇਹ ਸੇਵਾ ਲੈਣ। ਤੇ ਮੈਂ ਬਹੁਤ ਧੰਨਵਾਦ ਕਰੂੰਗੀ ਜੇ ਇਹ ਸਾਡੇ ਲੀਡਰ ਬਣੋਗੇ। ਥੈਂਕ ਯੂ ਭੈਣ ਜੀ। ਥੈਂਕ ਯੂ ਜੀ। ਮੱਲੀ ਸਾਹਿਬ, ਚਰਚਾ ਨਹੀਂ ਸੀ ਤੁਹਾਡੇ ਲਈ ਇੱਕ ਅਸੀਸ ਸੀ ਉਹਨਾਂ ਦੀ। ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਇਸ ਕਾਲ ਤੋਂ। ਨੌਜਵਾਨਾਂ ਨੂੰ ਆਪਾਂ ਐਸਾ ਕਿਹਾ ਜਾਂਦਾ ਕਿ ਜਿਹੜੇ ਸਾਡੇ ਬਜ਼ੁਰਗ ਨੇ ਜਾਂ ਅਸੀਂ ਹਾਂ, ਨੌਜਵਾਨਾਂ ਨੂੰ ਅਸੀਂ ਨੁਮਾਇੰਦਗੀ ਦੇਣ ਲਈ। ਮੈਂ ਕਾਲ ਲੈ ਲਵਾਂ, ਫਿਰ ਇਹਦਾ ਤੁਹਾਡੇ ਕੋਲ ਮੈਂ ਜਵਾਬ ਚਾਹਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਤਰਸੇਮ ਸਿੰਘ ਸਾਹਿਬ, ਕੀ ਪ੍ਰਸ਼ਨ ਹੈ ਤੁਹਾਡਾ? ਹਾਂਜੀ, ਮੇਰਾ ਪ੍ਰਸ਼ਨ ਜੀ, ਭਾਜੀ ਮੱਲੀ ਸਾਹਿਬ ਜੀ ਆਏ ਨੇ। ਹਾਂ, ਮੇਰਾ ਪ੍ਰਸ਼ਨ ਕੋਈ ਜੀ, ਭਾਜੀ ਮੱਲੀ ਸਾਹਿਬ ਨੂੰ ਕਿਸੇ ਨੇ ਸਵਾਲ ਕਰਦੇ ਆ ਲੋਕ, ਭਾਜੀ ਮੱਲੀ ਸਾਹਿਬ ਜੀ ਨੂੰ ਸਵਾਲ ਕਰਦੇ ਆ ਲੋਕ ਕਿ ਇਹ ਸਰਕਾਰੀ ਬੰਦੇ ਨੇ। ਮੈਂ ਪੁੱਛ ਚੁੱਕਾ ਵੀਰ ਜੀ ਸਵਾਲ, ਤੁਸੀਂ ਇਸ ਤੋਂ ਅਗਲਾ ਸਵਾਲ ਕੋਈ ਕਰੋ। ਹਾਂਜੀ, ਉਹ ਅਗਲਾ ਸਵਾਲ ਇਹ ਹੈ ਕਿ ਸਿੱਖ ਦੀ ਧਰਮ ਤੇ ਰਾਜਨੀਤੀ ਇਕੱਠੀ ਹੈ। ਜੀ ਬਿਲਕੁਲ ਇਕੱਠੀ ਹੈ। ਤੇ ਇਸ ਗੱਲ ਨੂੰ ਜੋ ਲੋਕ ਕਹਿੰਦੇ ਉਹ ਕਹੀ ਜਾਣ, ਉਹਦੀ ਕੋਈ ਪਰਵਾਹ ਨਹੀਂ। ਦੂਸਰੀ ਬੇਨਤੀ ਹੈ ਜੀ, ਇਹਨਾਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਨੂੰ ਨਹੀਂ ਬਖਸ਼ਿਆ। ਕਿਹਨਾਂ ਲੋਕਾਂ ਦੀ ਗੱਲ ਕਰਦੇ ਹੋ? ਸਾਰੇ ਸੰਸਾਰ ਨੂੰ ਜਿਹਨਾਂ ਭਲਾ ਕੀਤਾ ਉਹਨਾਂ ਨੂੰ ਕਦੀ ਲੋਕਾਂ ਨੇ ਕਿਹਾ ਸੀ ਕੁਛ। ਅੱਛਾ, ਕੋਈ ਆਖੇ ਆਦਮੀ ਨਾਨਕ ਵਿੱਚ, ਕੋਈ ਆਖੇ ਭੂਤਨਾ, ਕੋਈ ਹਾਂਜੀ ਹਾਂਜੀ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਬਿਲਕੁਲ ਬਿਲਕੁਲ, ਹਾਂਜੀ ਹਾਂਜੀ। ਲੋਕਾਂ ਤਾਂ ਉਹਨਾਂ ਨੂੰ ਛੱਡਿਆ, ਅਸੀਂ ਆਮ ਸੰਸਾਰੀ ਬੰਦੇ ਆ।
ਜੀ ਬਿਲਕੁਲ। ਸਾਡਾ ਕੀ ਫਰਜ਼, ਸਾਡਾ ਕੰਮ ਇਹਨਾਂ ਹੀ ਹੈ ਕਿ ਜੋ ਸਾਨੂੰ ਗੁਰੂ ਨੇ ਸੇਵਾ ਦਿੱਤੀ ਹੈ, ਠੀਕ ਹੈ ਜੀ, ਉਹ ਸੇਵਾ ਤੇ ਆਪਾਂ ਚੱਲਦੇ ਜਾਈਏ। ਥੈਂਕ ਯੂ ਵੀਰ ਜੀ, ਥੈਂਕ ਯੂ ਜੀ, ਬਹੁਤ ਅੱਛਾ। ਆਪਾਂ ਸ਼ਾਰਟ ਦੇ ਵਿੱਚ ਜਰਾ ਗੱਲ ਕਰੀਏ ਕਿਉਂਕਿ ਸਾਡੇ ਪਾਸ ਸਮਾਂ ਬਿਲਕੁਲ ਲਿਮਟਿਡ ਜਿਹਾ ਹੈ। ਮਲਿਕ ਸਾਹਿਬ ਜੀ, ਕਾਲਸ ਬਹੁਤ ਆ ਰਹੀਆਂ ਨੇ, ਮੈਂ ਕਾਲਸ ਲਵਾਂ ਜੀ ਜਾਂ ਕਾਲਸ ਹੀ ਲੈ ਲੈਣੇ ਆਪਾਂ? ਹੈ ਜੀ, ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲਦੇ ਹੋ? ਹਾਂਜੀ ਭਾਜੀ, ਭਾਈ ਖਾਲਸਾ। ਭਾਜੀ ਮੈਂ ਕਸ਼ਮੀਰ ਸਿੰਘ ਬੋਲ ਰਿਹਾ ਜੀ ਕਸ਼ਮੀਰ ਸਿੰਘ ਸਾਹਿਬ, ਸ਼ਾਰਟ ਚ ਗੱਲ ਕਰਿਓ, ਕੀ ਕੁਐਸਚਨ ਹੈ? ਡਾਕਟਰ ਸਾਹਿਬ ਬੇਨਤੀ ਇਦਾਂ ਆ, ਇਹ ਹੁਣੀ ਆਪਣੀ ਤੁਹਾਡੀ ਵਿਚਾਰ ਸੁਣਦਾ ਸੀ, ਮਲਿਕ ਸਾਹਿਬ ਬੈਠੇ ਤੁਹਾਡੇ ਨਾਲ। ਜੀ 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 ਜੀ, ਹਾਂਜੀ। ਦੇਖੋ, ਕਿਸੇ ਵੀ ਮੁੱਦੇ ਤੇ ਗਵਰਨਮੈਂਟ ਦੇ ਨਾਲ ਕਰਨਾ ਕੋਈ ਮਾੜੀ ਚੀਜ਼ ਨਹੀਂ। ਤੁਸੀਂ ਦੇਖੋ 10ਵੇਂ ਪਾਤਸ਼ਾਹ ਮਹਾਰਾਜ ਨੇ ਔਰੰਗਜ਼ੇਬ ਤੋਂ ਬਾਅਦ ਉਹਦੀ ਬੇਟੀ ਨਾਲ ਹੀ ਬਹਾਦਰ ਸ਼ਾਹ ਦੇ ਨਾਲ ਗੱਲਬਾਤ ਕੀਤੀ ਸੀ ਜੀ। ਦੇਖੋ, ਜੇ ਉਹ ਆਹ ਚੀਜ਼ ਨੂੰ ਤੁਸੀਂ ਲੈ ਕੇ ਚੱਲਦੇ ਆ, ਫਿਰ ਹਰ ਇੱਕ ਬੰਦੇ ਨੂੰ ਕਹਿੰਦੇ ਆਪਾਂ ਵੀ ਸਰਕਾਰ, ਜੇ ਆਪਾਂ ਕੋਈ ਆਪਣੀ ਕੌਮ ਲਈ ਕੋਈ ਕੰਮ ਕਰਨਾ, ਆਪਣੇ ਲੋਕਾਂ ਲਈ ਕੁਛ ਕਰਨਾ, ਫਿਰ ਗਵਰਨਮੈਂਟ ਦੇ ਨਾਲ ਸਾਨੂੰ ਗੱਲਬਾਤ ਕਰਨੀ ਹੀ ਪਊਗੀ। ਜੇ ਹੁਣ ਤੁਸੀਂ ਕਹੋ ਕਿ ਗਵਰਨਮੈਂਟ ਦੇ ਨਾਲ ਗੱਲਬਾਤ ਜਿਹੜਾ ਬੰਦਾ ਕਰੇ, ਕੋਈ ਸਾਡੇ ਮੁੱਦੇ ਅੜੇ ਰਹਿਣ, ਇਸ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ ਆ, ਮੇਰਾ ਖਿਆਲ ਆਪਣਾ ਬਾਕੀ ਖਿਆਲ ਆ, ਤੇ ਇਹ ਨਹੀਂ ਹੋਣੇ ਚਾਹੀਦੀਆਂ। ਬਿਲਕੁਲ, ਇਹੀ ਗੱਲ ਅਸੀਂ ਬਿਲਕੁਲ ਠੀਕ ਕਿਹਾ ਤੁਸੀਂ। ਇਹੀ ਗੱਲ ਅਸੀਂ ਮਲਿਕ ਸਾਹਿਬ ਕੋਲ ਕਲੀਅਰ ਕਰਾਉਣਾ ਚਾਹੁੰਦੇ ਸੀ, ਜਿਹੜੀ ਕਿ ਬਹੁਤ ਅੱਛੀ ਕਲੀਅਰ ਹੋ ਗਈ ਹੈ। ਵੀਰ ਜੀ, ਹੋਰ ਤਾਂ ਨਹੀਂ ਗੱਲ ਕਰਨੀ ਕੋਈ ਤੁਸੀਂ? ਥੈਂਕ ਯੂ ਤੁਹਾਡਾ। ਥੈਂਕ ਯੂ ਜੀ। ਤੇ ਮਲਿਕ ਸਾਹਿਬ, ਇਹ ਇੱਕ ਕਿਸਮ ਦੀ ਮੈਂ ਨੌਜਵਾਨ ਨਾਲ ਜਵਾਬ, ਉਹ ਮੇਰਾ ਜਵਾਬ ਸੁਣੋ, ਕਿਉਂਕਿ ਥੋੜਾ ਜਿਹਾ, ਕਿਉਂਕਿ ਬੇਨਤੀ ਹੈ ਤੁਸੀਂ ਘੱਟ ਟਾਈਮ ਲੈ ਕੇ ਮੇਰੇ ਕੋਲ ਵੱਧ ਲਓ। 2008 ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ 2004 ਦੇ ਵਿੱਚ ਇਹ ਸੇਵਾ ਸਾਨੂੰ ਗੁਰੂ ਸਾਹਿਬ ਨੇ ਬਖਸ਼ੀ ਸੀ, ਤੇ 2008 ਦੇ ਵਿੱਚ ਪਹਿਲਾਂ ਜਦੋਂ ਪ੍ਰਬੰਧ ਆਇਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਹੈਵਲਕ ਰੋਡ ਤੇ 1500 ਤੋਂ 2000 ਬੱਚਾ ਅੱਜ 5 ਸਾਲ ਦੀ ਉਮਰ ਤੋਂ ਲੈ ਕੇ 25 ਸਾਲ ਦੀ ਉਮਰ ਤੱਕ ਅੱਜ ਦਸਤਾਰ ਧਾਰੀ ਆਪਣੇ ਉਹਨਾਂ ਦੇ ਬਾਣੇ ਪਾਏ ਹੋਏ ਆ, ਅੰਮ੍ਰਿਤ ਛਕੇ ਹੋਏ ਆ, ਦਮਾਲੇ ਬੰਨ੍ਹਦੇ ਆ, ਨਿਤਾ ਪ੍ਰਤੀ ਪਾਣੀ ਕਰਦੇ, ਤੇ ਅੱਜ ਹੈਵਲਕ 100 ਸਿੰਘ ਜਿਹੜਾ 20 ਤੋਂ 25 ਸਾਲ ਦੀ ਉਮਰ ਦਾ ਪਿਛਲੇ 8 ਵੀਕਾਂ ਤੋਂ ਉਹ ਲੰਗਰ ਦੀ ਸੇਵਾ ਕਰ ਰਹੇ ਆ, ਨਰੋਲ ਲੰਗਰ ਦੀ ਸੇਵਾ। ਔਰ ਉਹ ਇੱਕ ਵੀ ਬੱਚਾ ਮੂਹਰੇ ਨਹੀਂ ਆ ਰਿਹਾ ਕਿਸੇ ਕੈਮਰੇ ਦੇ, ਉਹ ਸਾਨੂੰ ਰੈਂਕ ਕਰਦੇ ਆ। ਬੱਲੀ ਸਾਹਿਬ ਤੁਸੀਂ, ਮੈਂ ਕਿਹਾ ਜੀ ਮੈਂ ਤਾਂ ਘਰੇ ਬੈਠਾ, ਠੀਕ ਹੈ, ਸੁਣੋ ਤੁਸੀਂ ਨੁਮਾਇੰਦਗੀ ਕਿਉਂ ਨਹੀਂ ਦਿੰਦੇ ਉਹਨਾਂ ਨੂੰ? ਜੀ, ਨੁਮਾਇੰਦਗੀ ਦੀ ਵੀ ਸੁਣੋ ਗੱਲ। 2008 ਦੇ ਵਿੱਚ ਅਸੀਂ ਯੂਥ ਨੂੰ ਆਪਣੇ ਨਾਲ ਲੈ ਕੇ ਆਂਦਾ, 2011 ਦੇ ਵਿੱਚ ਲੈ ਕੇ ਆਂਦਾ। 11 ਦੇ ਸਾਡਾ ਜਨਰਲ ਸੈਕਟਰੀ 30 ਸਾਲ ਦਾ ਬਣਾਇਆ ਸੀ ਤੇਜਿੰਦਰ ਸਿੰਘ ਗਟੋਰਾ, ਜਿਹੜਾ ਕਿ 6 ਮਹੀਨੇ ਬਾਅਦ ਕੈਨੇਡਾ ਚਲਾ ਗਿਆ ਸੀ। ਔਰ ਜਿੱਥੇ ਆਪਣਾ ਹਮੇਸ਼ਾ ਇਹ ਵੀ ਲੋਕ ਲਾਉਂਦੇ ਆ ਜੀ, ਇਹ ਜਾਤ ਪਾਤ ਦੇ ਵਿੱਚ ਵਿਸ਼ਵਾਸ ਰੱਖਦੇ ਆ, ਉਹ ਬੱਚਾ ਰਾਮਗੜੀਆ ਬੱਚਾ ਸੀ, ਠੀਕ ਆ, ਤਾਂ ਅਸੀਂ ਕਦੇ ਵੀ ਇਦਾਂ ਦਾ ਵਿਤਕਰਾ ਸਿੰਘ ਸਭਾ ਦੇ ਵਿੱਚ ਸਿੱਖ ਵਿਸ਼ਵਾਸ ਨਹੀਂ ਰੱਖਦਾ। ਤੇ ਜਿਹੜੀ ਹੁਣ ਵੀ ਕਮੇਟੀ ਬਣੀ, ਉਹ ਵੀ 28 ਬੱਚਾ ਜਨਰਲ ਸੈਕਟਰੀ ਸਾਡਾ ਕੰਮ ਕਰ ਰਿਹਾ, ਤੇ ਇਹਦੇ ਨਾਲ ਹੋਰ ਵੀ 2-3 ਨੌਜਵਾਨ ਕੰਮ ਕਰ ਰਹੇ ਆ। ਸੋ ਅੱਜ ਲੋੜ ਹੈ, ਜੇ ਅਸੀਂ, ਮੈਂ ਇੱਕ ਹੋਰ ਸੁਣ ਲਓ, ਗਾਂ ਸੁਣ ਲਓ, ਕਿਉਂਕਿ 2008 ਚ ਨਹੀਂ ਤੁਸੀਂ ਹੁਣ ਜਿਹੜੇ ਕੁਐਸਚਨ ਪੁੱਛਦੇ ਆ ਉਹ ਸੁਣ ਤਾਂ ਲਓ ਨਾ, ਵੀ 2008 ਚ ਕੰਪੇਨ ਬੱਚਿਆਂ ਦੀ ਸ਼ੁਰੂ ਕੀਤੀ ਅਸੀਂ, ਏਡਾ ਵੱਡਾ ਬੱਚਿਆਂ ਦਾ ਅੱਜ ਉੱਥੇ ਜਿਹੜਾ ਗਰੁੱਪ ਬਣਿਆ ਹੋਇਆ। ਫਿਰ ਜਦੋਂ ਆਪਾਂ ਕਹੇ ਵੀ MP ਸਾਡਾ ਸਿੱਖ ਬਣਨਾ ਚਾਹੀਦਾ, ਆਪਣੇ ਵੈਸਟ ਲੰਡਨ ਦੇ ਵਿੱਚ, ਪੂਰੇ ਦੇ ਵਿੱਚ, ਇਹ ਵੈਸਟ ਲੰਡਨ ਨਹੀਂ, ਪੂਰੇ ਲੰਡਨ ਦੇ ਵਿੱਚ ਹਰ ਸਿੱਖ ਨੇ ਕੋਸ਼ਿਸ਼ ਕੀਤੀ ਵੀ ਸਾਡੇ ਸਿੱਖ ਬੱਚੇ ਵੀ ਅੱਗੇ ਵਧਣ। ਉਹਦੇ ਨਾਲ ਇੱਕ ਮਿਡਲੈਂਡ ਚ ਬਣਿਆ, ਇੱਕ ਸਾਡਾ ਲੰਡਨ ਚ ਬਣਿਆ, ਤੇ ਆਉਣ ਵਾਲੇ ਸਮੇਂ ਚ ਅਸੀਂ ਚਾਹੁੰਦੇ ਵੀ ਸਾਡੇ 10 ਸਿੱਖ ਬੱਚੇ ਇਸ ਪਾਰਲੀਮੈਂਟ ਚ ਬੈਠੇ ਹੋਣ, ਜਿੱਥੇ ਕਿ ਹੱਕ ਦੀ, ਸੱਚ ਦੀ, ਇਨਸਾਫ ਦੀ ਉਹ ਗੱਲ ਕਰ ਸਕਣ। ਪਤਾ ਉਹਨਾਂ ਨੂੰ, ਦੁਨੀਆ ਨੂੰ ਪਤਾ ਲੱਗ ਸਕੇ ਸਾਡੇ ਗੁਰੂ ਗੋਬਿੰਦ ਸਿੰਘ ਸਾਨੂੰ ਕੀ ਦੇ ਕੇ ਗਏ ਆ, ਪਤਾ ਲੱਗ ਸਕੇ 9ਵੇਂ ਪਾਤਸ਼ਾਹ ਨੇ ਸ਼ਹੀਦੀ ਕਿਉਂ ਪਾਈ ਸੀ। ਉੱਥੇ ਜਦੋਂ ਬੱਚੇ ਬੈਠੇ ਹੋਣਗੇ, ਸਰਬ ਸਾਂਝੀਵਾਲਤਾ ਦੀ ਗੱਲ ਕਰਨਗੇ, ਫਿਰ ਪਤਾ ਲੱਗੇਗਾ ਵੀ ਸਿੱਖ ਜਿਹੜਾ ਹੈਗਾ ਉਹਦੇ ਸਿੱਖ ਦੀ ਵਿਚਾਰਧਾਰਾ ਕੀ ਆ। ਹੁਣ ਤਾਂ ਆਪਾਂ ਹਰ ਵਕਤ ਇੱਕ ਦੂਜੇ ਦੀ ਲੱਤਾਂ ਖਿੱਚਣ ਤੋਂ ਸਾਡੇ ਕੋਲ ਕੰਮ ਹੈ ਜੀ। ਕੌਣ ਸਲਮਾਨ ਜੀ, ਹੁਣ ਦੱਸੋ ਮੈਨੂੰ, ਹੁਣ ਤੁਸੀਂ ਮੈਨੂੰ ਦੱਸੋ ਵੀ ਕਿੱਥੇ ਬੱਚਿਆਂ ਦੀ ਆਪਾਂ ਗੱਲ ਨਹੀਂ ਕੀਤੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਕੌਣ ਬੋਲਦੇ ਹੋ? ਹੈਲੋ, ਆਪ ਜੀ ਦੀ ਲਾਈਨ ਲੱਗ ਗਈ ਹੈ ਜੀ, ਪਲੀਜ਼ ਗੱਲ ਕਰੋ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ ਆਪ ਜੀ? ਮੈਂ ਪ੍ਰੇਮ ਬੋਲ ਰਿਹਾ ਜੀ, ਸਾਊਥ ਤੋਂ। ਜੀ ਪ੍ਰੇਮ ਸਾਹਿਬ, ਕੀ ਕਹਿਣਾ ਚਾਹੋਗੇ? ਬਸ ਮੈਂ ਬਹੁਤ ਸਮਾਂ ਘੱਟ ਹੈਗਾ, ਮੈਂ ਸਮਾਂ ਨਹੀਂ ਲਾਂਗਾ ਜ਼ਿਆਦਾ ਸਾਡਾ। ਪਿੱਛੇ ਦੋ ਗੱਲਾਂ ਹੈਗੀਆਂ, ਇੱਕ ਤਾਂ ਅਸੀਂ ਰੋਡਾਂ ਦੇ ਉੱਤੇ ਝੰਡੇ ਤੇ ਡੰਡੇ ਲੈ ਕੇ ਜੀ ਅਸੀਂ ਜਾਵਾਂਗੇ, ਉਹਦੇ ਵਿੱਚ ਜਾ ਕੇ ਕਿੰਨੇ ਆਪਣੇ ਜਵਾਨ ਬੰਦੇ ਮਰਵਾਏ ਗਏ ਹੈਗੇ ਪੁਲਿਸ ਦੇ ਦੁਆਰਾ ਦਾ ਕੀਤਾ। ਦੂਸਰਾ, ਅਸੀਂ ਟੇਬਲ ਦੇ ਉੱਤੇ ਬੈਠ ਕੇ ਸਰਕਾਰ ਦੇ ਨਾਲ ਗੱਲਾਂ ਕਰਾਂਗੇ, ਸਾਨੂੰ ਟੇਬਲ ਤੇ ਬੈਠ ਕੇ ਫਾਇਦਾ ਹੈਗਾ ਜਾਂ ਸੜਕਾਂ ਦੇ ਉੱਤੇ ਆਪਣੀਆਂ ਜਾਨਾਂ ਦੇ ਕੇ ਫਾਇਦਾ ਹੈਗਾ। ਠੀਕ ਹੈ ਜੀ। ਸੜਕਾਂ ਦੇ ਉੱਤੇ ਸਾਡਾ ਕੋਈ ਫੈਸਲਾ ਨਹੀਂ ਹੋ ਸਕਦਾ, ਟੇਬਲ ਦੇ ਉੱਤੇ ਬੈਠ ਕੇ ਕੋਈ ਨਾ ਕੋਈ ਕਾਰਡ ਕੱਢੀ ਜਾ ਸਕਦੀ ਹੈ। ਇਸ ਕਰਕੇ ਸਰਕਾਰ ਦੇ ਨਾਲ ਜੇ ਅਸੀਂ ਗੱਲ ਕਰਦੇ ਵੀ ਹਾਂ ਤਾਂ ਕੋਈ ਸਲਾਹ ਨਹੀਂ ਹੈਗਾ। ਠੀਕ ਹੈ ਜੀ, ਥੈਂਕ ਯੂ ਪ੍ਰੇਮ ਜੀ। ਕੋਈ ਵਾਹਿਗੁਰੂ, ਥੈਂਕ ਯੂ ਜੀ। ਇਹ ਤਾਂ ਮਲਿਕ ਸਾਹਿਬ ਤੁਹਾਡੇ ਲਈ ਇੱਕ ਮੇਰੇ ਖਿਆਲ ਅਸੀਸ ਸੀ ਕਿ ਜਿਹੜਾ ਤੁਸੀਂ ਕਰ ਰਹੇ ਹੋ। ਤਾਰਾ ਸਿੰਘ ਆਲਮ ਸਾਹਿਬ ਦਾ ਫੋਨ ਹੈ ਜੀ। ਆਲਮ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਖਾਲਸਾ ਫਤਿਹ ਜੀ। ਜੀ ਆਲਮ ਸਾਹਿਬ, ਕੀ ਕਹਿਣਾ ਚਾਹੋਗੇ? ਖਾਲਸਾ ਵਾਹਿਗੁਰੂ ਜੀ ਫਤਿਹ। ਹਾਂ, ਸ਼ਾਰਟ ਜੀ, ਬਿਲਕੁਲ ਜੀ, ਜੀ ਕਰੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਬੇਨਤੀ ਕਰਦਾ ਹੈ ਕਿ ਤੁਹਾਨੂੰ ਆਪ ਨੂੰ ਵਿਜ਼ਿਟ ਕਰਨਾ ਚਾਹੀਦਾ ਮੱਲੀ ਸਾਹਿਬ ਕੋਲ ਜਾ ਕੇ ਸਾਰਾ ਪ੍ਰਬੰਧ ਦੇਖੋ ਇਹਨਾਂ ਦਾ। ਠੀਕ ਹੈ ਜੀ। ਦੇਖ ਕੇ ਤੇ ਫਿਰ ਇਹਨਾਂ ਨੂੰ ਸਲਾਹ ਦਿਓ। ਠੀਕ ਹੈ, ਵਧੀਆ ਕੰਮ ਕਰ ਰਹੇ ਆ। ਕੀ ਬਾਤ, ਬਹੁਤ ਵਧੀਆ, ਵਧਾਈ ਦੇ ਪਾਤਰ ਨੇ। ਥੈਂਕ ਯੂ ਆਲਮ ਸਾਹਿਬ, ਚੜ੍ਹਦੀ ਕਲਾ ਜੀ, ਥੈਂਕ ਯੂ ਜੀ। ਮੱਲੀ ਸਾਹਿਬ ਸਮਾਂ ਲਗਭਗ ਸਮਾਪਤ ਹੈ ਜੀ, ਕਿਉਂਕਿ ਮੈਂ ਮਾਫੀ ਚਾਹਾਂਗਾ ਤਕਨੀਕੀ ਵਜ੍ਹਾ ਕਾਰਨ ਆਪਾਂ ਪ੍ਰੋਗਰਾਮ ਨੂੰ ਕਾਫੀ ਲੇਟ ਸ਼ੁਰੂ ਕੀਤਾ। ਇੱਕ ਮੈਂ ਕਾਲ ਹੋਰ ਲਾਵਾਂਗਾ ਜੀ, ਫਿਰ ਮੈਂ ਤੁਹਾਡੀ ਆਖਰ ਦੇ ਵਿੱਚ ਸਮਰਾਈਜ਼ ਕਰਾਂਗੇ ਇਹਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲਦੇ ਹੋ? ਨਿਰਮਲ ਸਿੰਘ ਸੇਖੋਂ ਬੋਲ ਰਿਹਾ ਬਰਾੜਪੁਰ। ਜੀ ਸੇਖੋ ਸਾਹਿਬ, ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਨਿਰਮਲ ਸਿੰਘ ਸੇਖੋਂ ਬੋਲ ਰਿਹਾ। ਸੇਖੋ ਸਾਹਿਬ ਟੈਲੀਵਿਜ਼ਨ ਹੌਲੀ ਕਰ ਦਿਓ ਪਿੱਛੋਂ ਜਰਾ, ਕੋਈ ਗੱਲ ਕਰੋ ਪਲੀਜ਼। ਕੀ ਕਹਿਣਾ ਚਾਹੋਗੇ? ਮਾਫ ਕਰਨਾ, ਕੋਈ ਨਹੀਂ। ਮੈਂ ਨਿਰਮਲ ਸਿੰਘ ਸੇਖੋਂ ਬੋਲ ਰਿਹਾ ਬਰਾੜਪੁਰ ਤੋਂ। ਜੀ ਸੇਖੋ ਸਾਹਿਬ ਬੋਲੋ। ਮੈਂ ਆਪਣੇ ਸਿਆਰ ਦੇਣੀ ਚਾਹੁੰਦਾ ਹੈਗਾ। ਹਾਂ ਦਿਓ। ਦੇਖੋ, ਕੱਲ ਦਾਦੂਵਾਲ ਵਾਲੇ ਨੇ ਵੀ ਇਹ ਗੱਲ ਕਲੀਅਰ ਕਰ ਦਿੱਤੀ ਆ, ਜਿੰਨਾ ਚਿਰ ਤੁਸੀਂ ਸਰਕਾਰਾਂ ਨਾਲ ਬੈਠੋਗੇ ਨੇਗੇ, ਹਾਈ ਕਮਿਸ਼ਨ ਨਾਲ ਗੱਲ ਨਹੀਂ ਕਰੋਗੇ ਤੁਸੀਂ। ਦੇਖੋ ਮੈਨੂੰ ਇੱਕੋ ਗੱਲ ਦਾ ਜਵਾਬ ਸੁਣ ਲਿਓ, ਮੈਂ ਬਸ ਖਤਮ ਕਰ ਦੇਣਾ ਜੀ। ਅਸੀਂ ਕਾਂਗਰਸ ਪਾਰਟੀ ਨੂੰ ਮਾੜਾ ਕਹੀ ਜਾਂਦੇ ਹਾਂ, ਅਸੀਂ ਅਕਾਲੀ ਪਾਰਟੀ ਨੂੰ ਮਾੜਾ ਕਹੀ ਜਾਂਦੇ ਹਾਂ, ਅਸੀਂ ਮੋਦੀ ਨੂੰ ਵੀ ਗਾਲਾਂ ਕੱਢੀ ਜਾਂਦੇ ਹਾਂ, ਅਸੀਂ ਰਾਹੁਲ ਗਾਂਧੀ ਨੂੰ ਵੀ ਗਾਲਾਂ ਕੱਢੀ ਜਾਂਦੇ ਹਾਂ। ਤੁਸੀਂ ਵੀ ਕਿਹਦੇ ਨਾਲ ਗੱਲ ਕਰੋਗੇ ਦੱਸੋ ਮੈਨੂੰ? ਠੀਕ ਹੈ ਜੀ, ਥੈਂਕ ਯੂ। ਹੋਰ ਕੁਐਸਚਨ ਹੈ ਤੁਹਾਡਾ ਕੋਈ? ਬਸ ਮੈਂ ਕਹਿੰਦਾ ਵੀ ਮੱਲੀ ਸਾਹਿਬ ਜੋ ਬੰਦੇ ਹੈਗੇ ਆ, ਠੀਕ ਹੈ, ਮੈਂ ਇਹ ਲੱਭ ਕਹਿਣਾ ਚਾਹੁੰਦਾ ਕਿ ਹੀ ਇਜ਼ ਅ ਗ੍ਰੇਟ ਪਰਸਨ, I think he's the right person. ਜੀ, I think we should him. ਠੀਕ ਹੈ ਜੀ, should not pull his leg. ਠੀਕ ਹੈ ਜੀ, ਥੈਂਕ ਯੂ ਜੀ। ਮੱਲੀ ਸਾਹਿਬ, ਮੇਰੇ ਖਿਆਲ ਸੰਗਤ ਜਿਹੜੀ ਹੈ ਜ਼ਿਆਦਾ ਤੁਹਾਨੂੰ ਅਸੀਸ ਹੀ ਦੇ ਰਹੀ ਹੈ, ਕਿਉਂਕਿ ਫਿਰ ਜਿਹੜਾ ਮੀਡੀਆ ਦੇ ਤੁਹਾਡੇ ਖਿਲਾਫ ਪ੍ਰਚਾਰ ਹੋ ਰਿਹਾ, ਉਸ ਕੋਲ ਜ਼ਿਆਦਾ ਡਰਨ ਦੀ ਲੋੜ ਨਹੀਂ, ਤੁਹਾਨੂੰ ਚੜ੍ਹਦੀ ਕਲਾ ਹੀ ਹੋਏਗਾ। ਨਹੀਂ, ਮੈਂ ਇੱਕੋ ਬੇਨਤੀ ਲਾਸ਼ ਕਰਨੀ ਆ ਵੀ ਸੰਗਤਾਂ ਗੁਰੂ ਰੂਪ ਹੋਇਆ ਕਰਦੀਆਂ, ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਸਾਡੀਆਂ ਬੱਚੀਆਂ, ਸਾਡੇ ਵੀਰ। ਜਦੋਂ ਬਜ਼ੁਰਗ ਸਾਡੇ ਅਰਦਾਸਾਂ ਕਰਦੇ ਆ ਕਿਸੇ ਦੇ ਲਈ, ਉਹ ਅਰਦਾਸਾਂ ਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋਇਆ ਕਰਦੀਆਂ। ਇਹ ਜੋ ਕੁਛ ਵੀ ਦੁਨੀਆ ਦੇ ਵਿੱਚ ਚੱਲ ਰਿਹਾ, ਕਿਉਂਕਿ ਸਾਡੀ ਜਿਹੜੀ ਮਾੜੀ ਕਿਸਮਤ ਇਹੀ ਆ ਕਿ ਅਸੀਂ ਹਰ ਆਪਣੀ ਜਗ੍ਹਾ ਦੇ ਵਿੱਚ ਲੀਡਰ ਹੋਣਾ ਵੀ ਚਾਹੀਦਾ, ਇਹ 'ਚ ਕੋਈ ਸ਼ੱਕ ਨਹੀਂ। ਪਰ ਜਿੱਥੇ ਪੰਥਕ ਗੱਲ ਹੋਵੇ, ਜਿੱਥੇ ਗੁਰੂ ਦੀ ਗੱਲ ਹੋਵੇ, ਜਿੱਥੇ ਇੱਕ ਸਿਸਟਮ ਨੂੰ ਅਡੋਪਸ਼ਨ ਕਰਨ ਦੀ ਗੱਲ ਹੋਵੇ, ਉੱਥੇ ਸਾਨੂੰ ਇਕੱਠਿਆਂ ਹੋ ਕੇ ਜਦ ਜੇ ਤਾਂ ਹੋਵੇ ਵੀ ਮੈਂ ਉੱਥੇ ਆਪਣੇ ਬੰਦੇ ਲਿਆ ਕੇ ਇਕੱਠੇ ਕਰਕੇ ਓਪਨ ਕਾਲ ਕੀਤੀ ਆ, ਓਪਨ ਇਨਵਾਈਟ ਕੀਤਾ, ਉਹਦੇ 'ਚ ਕੋਈ ਬੰਦਾ ਵੀ ਆ ਸਕਦਾ ਸੀ। ਜਿਹੜੀ ਮੀਟਿੰਗ ਡਿਸਟਰਬ ਹੋਈ ਉਹ ਵੀ ਤੁਹਾਨੂੰ ਅਸੀਂ ਦੱਸ ਦਿੱਤਾ। ਸਾਡੀ ਹੱਥ ਜੋੜ ਕੇ ਸੰਗਤਾਂ ਨੂੰ ਇਹੀ ਬੇਨਤੀ ਆ, ਇਹ ਗੁਰੂ ਘਰਾਂ ਦੇ ਪ੍ਰਬੰਧਾਂ ਦਾ ਇਸ਼ੂ ਆ। ਗੌਰਮੈਂਟ ਨੇ ਗੁਰੂ ਘਰਾਂ ਦਾ ਪ੍ਰਬੰਧਕ ਨੋਮੀਨੇਸ਼ਨ ਉੱਥੇ ਜਾਣਾ ਚਾਹੀਦਾ ਸੀ, ਲੈਣਾ ਚਾਹੀਦਾ ਸੀ। ਉਹ ਕਿਤੇ ਨਾ ਕਿਤੇ ਜਿਹੜੀ ਗਲਤੀ ਹੋਈ ਆ, ਉਹ ਹੋ ਸਕਦਾ ਗੌਰਮੈਂਟ ਵੀ ਇਸ ਕੰਮ ਨੂੰ, ਇਸ ਚੀਜ਼ ਨੂੰ ਰਿਅਲਾਈਜ਼ ਕਰਦੀ ਹੋਵੇ। ਪਰ ਜਦ ਤੱਕ ਅਸੀਂ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਇਹ ਆਪਾਂ ਆਪਣੀ ਆਵਾਜ਼ ਨਹੀਂ ਬੁਲੰਦ ਕਰਾਂਗੇ, ਜਿਹੜਾ ਕੁਛ ਅਸੀਂ ਬਣਾਇਆ, ਤਕਰੀਬਨ ਸਲੋਕ ਗੁਰੂ ਮਾਨਿਓ ਗ੍ਰੰਥ, ਉਹਨਾਂ ਨੇ ਇੱਕ ਬਹੁਤ ਵਧੀਆ ਢਾਂਚਾ ਬਣਾਇਆ ਸੀ, ਉਹ ਵੀ ਅਸੀਂ ਆਪਣੀ ਮੈਂ ਈਮੇਲ ਦੇ ਨਾਲ ਪਾਤਾ ਸੀ। ਉਹਨਾਂ ਨੇ ਧੰਨਵਾਦ ਕੀਤਾ ਵੀ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਬਣਾਇਆ। ਸਾਈਨ ਬੋਰਡ ਲੱਗੇ, ਸਿੰਘ ਸਭਾ ਗੁਰਦੁਆਰੇ ਵੀ ਸਾਡੇ ਬੱਚੇ, ਨੌਜਵਾਨ ਬੱਚੇ ਲੱਗੇ, ਉਹਨਾਂ ਨੇ ਬਹੁਤ ਵਧੀਆ, ਉਹਦੀ ਵੀਡੀਓ ਬਣਨ ਵਾਲੀ ਤੁਹਾਨੂੰ ਦੇਵਾਂਗੇ ਇੱਕ ਅੱਧੇ ਦਿਨ ਦੇ ਵਿੱਚ, ਕਿਉਂਕਿ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਸੰਗਤਾਂ ਉਤਾਵਲੀਆਂ ਗੁਰੂ ਘਰ ਆ ਕੇ ਦਰਸ਼ਨਾਂ ਕਰਨ ਲਈ, ਸੰਗਤਾਂ ਅਰਦਾਸ ਕਰਨ, ਕਿਉਂਕਿ ਸਾਡੀ ਅਰਦਾਸ ਹੀ ਸਾਡੀ ਆਸਥਾ ਹੈ। ਤੇ ਜੇ ਸਾਡੀ ਅਰਦਾਸ ਹੀ ਨਾ ਹੋਈ, ਅਸੀਂ ਆਪਦੇ ਗੁਰੂ ਦੇ ਦਰਸ਼ਨ ਹੀ ਨਾ ਕਰ ਸਕੇ, ਕੀਰਤਨ ਸਾਡੇ ਗੁਰੂ ਦੀ ਖੁਰਾਕ ਆ, ਕੀਰਤਨ ਸਾਡੀ ਖੁਰਾਕ ਆ, ਅਸੀਂ ਉਹ ਤੋਂ ਦੂਰ ਰਹਿ ਗਏ ਤੇ ਅਸੀਂ ਜੀ ਨਹੀਂ ਸਕਦੇ। ਸੋ ਸਾਡੀ ਇਹ ਖੁਰਾਕ ਆ। ਸੋ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ, ਕਿਉਂਕਿ ਇਹ ਥੋੜੇ ਦਿਨਾਂ ਦਾ ਕੰਮ ਆ, ਜਿੱਦਣ ਇਹ ਨਾਰਮਲ ਹੋ ਗਿਆ, ਨਾ ਉੱਥੇ ਕੋਈ ਟਾਸਕ ਫੋਰਸ ਰਹਿਣੀ, ਨਾ ਹੋਰ ਕੁਛ ਰਹਿਣਾ, ਪਰ ਗੁਰੂ ਘਰਾਂ ਦੇ ਪ੍ਰਬੰਧ ਨੂੰ ਇਕੱਠਿਆਂ ਹੋ ਕੇ ਫਿਊਚਰ ਦੇ ਵਿੱਚ ਵੀ ਕੁਛ ਨਾ ਕੁਛ ਇਕੱਠਿਆਂ ਚੱਲਣਾ ਚਾਹੀਦਾ, ਤਾਂ ਕਿ ਸਾਡੀ ਫਾਈਨੈਂਸ ਦੇ ਇਸ਼ੂ ਹੈਗੇ ਆ, ਸਾਡੇ ਮਰਜ਼ਾਦਾ ਦੇ ਇਸ਼ੂ ਹੈਗੇ ਆ, ਸਾਡੇ ਕੈਲੰਡਰਾਂ ਦੇ ਇਸ਼ੂ ਹੈਗੇ ਆ, ਸਾਡੇ ਹੋਰ ਬਹੁਤ ਇਸ਼ੂ ਹੈਗੇ ਆ, ਜਿਨ੍ਹਾਂ ਨੂੰ ਇਕੱਠੇ ਹੋ ਕੇ ਅਸੀਂ ਅਕਾਲ ਤਖਤ ਜਥੇਦਾਰ ਨੂੰ ਬੇਨਤੀ ਕਰੀਏ ਵੀ ਇਹਨਾਂ ਵਾਸਤੇ ਟੀਮ ਬਣਾਈ ਜਾਵੇ। ਉਹ ਉਹਦਾ ਟਾਈਮ ਪੀਰੀਅਡ ਹੋਵੇ, ਇੰਨੇ ਟਾਈਮ ਦੇ ਵਿੱਚ ਆਹ ਕੰਮ ਹੋ ਜਾਣ। ਇਹ 100 ਸਾਲ 50 ਸਾਲ ਪਹਿਲਾਂ ਕਿਉਂ ਨਹੀਂ ਸੀ ਪ੍ਰੋਬਲਮ? 1947 ਤੋਂ ਪਹਿਲਾਂ ਕਿਉਂ ਨਹੀਂ ਸੀ ਪ੍ਰੋਬਲਮ? ਅੱਜ ਪ੍ਰੋਬਲਮਾਂ ਕਿਉਂ ਹੋ ਗਈਆਂ? ਅੱਜ ਗੁਰੂ ਦੇ ਭੇਖ ਦੇ ਵਿੱਚ ਅੱਜ ਇਹ ਲੋਕ ਢੋਲਕੀਆਂ ਸਣੇ ਲੈ ਕੇ ਸਾਡੀ ਬਾਣੀ ਨੂੰ, ਸਾਡੇ ਬਾਣੇ ਨੂੰ, ਉਹ ਕਹਿੰਦੇ ਜੀ ਵੀ ਜੈਸਾ ਦੇਸ਼ ਤੈਸਾ ਭੇਸ ਬਣਾ ਲਓ। ਕਹਿੰਦਾ ਇੰਗਲੈਂਡ ਜਾਣਾ, ਤੁਸੀਂ ਆਪਣੇ ਵਾਲ ਵੀ ਕਟਾ ਦਿਓ, ਪੈਂਟਾਂ ਪਾ ਲਓ, ਜੋ ਮਰਜ਼ੀ ਕਰ ਲਓ। ਕਹਿੰਦੇ ਵੀ ਲੋੜ ਹੀ ਨਹੀਂ ਤੁਹਾਨੂੰ ਬਾਣੀ ਦੇ ਧਾਰਨੀ ਬਣਨ ਦਾ। ਇਹ ਸਾਡਾ ਜਿਹੜਾ ਵਿਸ਼ਵਾਸ ਆ ਉਹ ਤੋੜਿਆ ਜਾ ਰਿਹਾ। ਸੋ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆ, ਆਓ ਆਪਾਂ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਜਿਹੜੀ ਆਵਾਜ਼ ਆਪਾਂ ਗੌਰਮੈਂਟ ਤੱਕ ਪਹੁੰਚਾਈ ਆ, ਉਹਨੂੰ ਸਿਰੇ ਚਾੜੀਏ ਤੇ ਜਲਦੀ ਤੋਂ ਜਲਦੀ ਜਿਹੜੀਆਂ ਸਾਡੀਆਂ ਭਾਵਨਾਵਾਂ, ਵਿਆਹ ਸ਼ਾਦੀਆਂ, ਲੋਕਾਂ ਦੇ ਬਹੁਤ ਬੱਚੇ ਆ ਕੇ ਰੋਂਦੇ ਆ
ਕਿ ਅੰਕਲ ਜੀ ਦੱਸੋ ਸਾਨੂੰ, ਅਸੀਂ 5 ਬੰਦੇ ਲਿਆਉਂਦੇ ਆ, 10 ਬੰਦੇ ਲਿਆਉਂਦੇ ਆ, ਪਰ ਜਦੋਂ ਗਵਰਨਮੈਂਟ ਅਲਾਉ ਨਹੀਂ ਕਰਦੀ ਅਸੀਂ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦੇ। ਪਹਿਲੀ ਪ੍ਰਾਇੋਰਟੀ ਸਾਨੂੰ ਇਸ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਸਾਨੂੰ ਕਾਨੂੰਨ ਦੇ ਵਿੱਚ ਰਹਿਣਾ ਪਏਗਾ, ਸਤਿਕਾਰ ਕਰਨਾ ਪਏਗਾ, ਜਿਹੜੀਆਂ ਪ੍ਰਬੰਧਾਂ ਦੇ ਨਾਲ ਗੱਲ ਕਰਨੀ ਪਏ। ਅਸੀਂ ਇਸ ਕਰਕੇ ਪਿੱਛੇ ਆ ਕਿ ਅਸੀਂ ਉੱਪਰ ਪਾਰਟੀਆਂ ਨਾਲ ਸਿੱਧੀ ਗੱਲ ਨਹੀਂ ਕਰਦੇ, ਪਾਰਟੀਆਂ ਦਾ ਮੇਲ ਮਿਲਾਪ ਨਹੀਂ ਕਰਦੇ, ਅਸੀਂ ਸਿਰਫ ਇੱਥੇ ਬੈਠੇ ਰਹਿੰਦੇ ਆ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਸਤੇ। ਇਹੀ ਮੇਰੀ ਬੇਨਤੀ ਸਾਰਿਆਂ ਨੂੰ ਕਿ ਆਪਾਂ ਇਕੱਠੇ ਹੋ ਕੇ। ਇੱਕ ਬੇਨਤੀ ਹੈ ਕਿ ਕਿਉਂਕਿ ਅੱਜ ਥੋੜੀ ਜਿਹੀ ਟੈਕਨੀਕਲ ਪ੍ਰੋਬਲਮ ਸੀਗੀ, ਫੋਨਸ ਇੰਨੀਆਂ ਕਾਲਸ ਆ ਰਹੀਆਂ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਮੈਂ ਚਾਹਾਂਗਾ ਕਿ ਜੂਨ ਮਹੀਨੇ ਦੇ ਵਿੱਚ ਘੱਲੂਘਾਰਾ ਹੈ, ਆਪਾਂ ਇੱਕ ਵਾਰੀ ਫੇਰ ਇੱਕ ਪ੍ਰੋਗਰਾਮ ਜੂਨ ਮਹੀਨੇ 'ਚ ਕਰੀਏ ਤੁਹਾਡੀ ਇਜਾਜ਼ਤ ਦੇ ਨਾਲ। ਪਹਿਲਾਂ ਆਪਾਂ ਪੂਰੀਆਂ ਟੈਕਨੀਕਲ ਪ੍ਰੋਬਲਮ ਜਿਹੜੀਆਂ ਸੋਲਵ ਕਰਨ ਤੋਂ ਬਾਅਦ, ਅੱਜ ਦਾ ਸਮਾਂ ਜਿਹੜਾ ਇੱਥੋਂ ਤੱਕ ਹੀ ਸੀ ਕਿਉਂਕਿ ਪਹਿਲਾਂ ਟੈਕਨੀਕਲ ਪ੍ਰੋਬਲਮ ਪੈ ਗਈ, ਇਸ ਕਰਕੇ ਮੈਂ ਤੁਹਾਨੂੰ ਸੱਦਾ ਦਿੰਦਾ ਕਿ ਅਸੀਂ ਅਗਲੇ ਮਹੀਨੇ ਫੇਰ ਇੱਕ ਪ੍ਰੋਗਰਾਮ ਰੱਖਾਂਗੇ ਜਿਹਦੇ ਵਿੱਚ ਆਪ ਸਭਨਾਂ ਦੀ ਕਾਲਸ ਲਵਾਂਗਾ, ਕਿਉਂਕਿ ਆਪ ਜੀ ਦੀ ਮੈਂ ਕਾਲ ਜ਼ਿਆਦਾਤਰ ਨਹੀਂ ਲੈ ਸਕਿਆ, ਸਮੇਂ ਦੀ ਘਾਟ ਸੀ। ਮਲਿਕ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਮੇਰੇ ਖਿਆਲ ਅੱਜ ਕਾਫੀ ਗੱਲਾਂ ਕਲੀਅਰ ਹੋ ਗਈਆਂ ਹੋਣਗੀਆਂ। ਸਤਿਗੁਰ ਬਖਸ਼ਿਸ਼ ਕਰੇ, ਜੇ ਆਪ ਜੀ ਇਜਾਜ਼ਤ ਦਿਓਗੇ ਤਾਂ ਆਪਾਂ ਅਗਲੇ ਮਹੀਨੇ ਫੇਰ ਤੁਹਾਨੂੰ ਇਸ ਤਰ੍ਹਾਂ ਹੀ ਲੈ ਕੇ ਆਵਾਂਗੇ ਤਾਂ ਕਿ ਲੋਕ ਆਪਣੇ ਹੋਰ ਜਿਹੜੇ ਸਵਾਲ ਨੇ ਉਹ ਕਰ ਸਕਣ। ਬਹੁਤ ਬਹੁਤ ਆਪ ਜੀ ਦਾ ਧੰਨਵਾਦ ਮਲਿਕ ਸਾਹਿਬ, ਬਹੁਤ ਬਹੁਤ ਸ਼ੁਕਰਾਨਾ। ਅੱਜ ਦੇ ਪ੍ਰੋਗਰਾਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ ਜੀ। ਮਲਿਕ ਸਾਹਿਬ ਦਾ ਇੱਕ ਵਾਰੀ ਫੇਰ ਧੰਨਵਾਦ। ਆਪ ਜੀ ਦੇ ਫੀਡਬੈਕ ਦੀ ਲੋੜ ਹੈ ਔਰ ਆਖਿਰ ਦੇ ਵਿੱਚ ਬੇਨਤੀ ਹੈ ਜੀ ਕਿ ਅਕਾਲ ਚੈਨਲ ਆਪ ਜੀ ਦਾ ਆਪਣਾ ਚੈਨਲ ਹੈ, ਇਸ ਚੈਨਲ ਨੂੰ ਇਸ ਵਕਤ ਲੋੜ ਹੈ ਆਪ ਜੀ ਦੇ ਸਪੋਰਟ ਦੀ। ਆਪ ਨੇ ਪੂਰਾ ਸਪੋਰਟ ਵੀ ਕਰਨਾ ਹੈ। ਜਿਸ ਤਰ੍ਹਾਂ ਤੁਸੀਂ ਕਾਲਸ ਕਰਦੇ ਹੋ ਅਸੀਂ ਜਵਾਬਦੇਹ ਹਾਂ। ਮਲਿਕ ਸਾਹਿਬ ਨੂੰ ਅਸੀਂ ਫੇਰ ਲੈ ਕੇ ਆਵਾਂਗੇ ਔਰ ਆਪ ਜੀ ਦੀ ਕਚਹਿਰੀ ਦੇ ਵਿੱਚ ਮਲਿਕ ਸਾਹਿਬ ਇੱਕ ਵਾਰੀ ਫੇਰ ਪੇਸ਼ ਹੋਣਗੇ ਤਾਂ ਕਿ ਐਸਾ ਨਾ ਹੋਵੇ ਕਿ ਕੋਈ ਵਿਅਕਤੀ ਗਲਤ ਫਾਇਦਾ ਉਠਾ ਸਕੇ ਕਿਸੇ ਵੀ ਪੱਖੋਂ ਕਿਸੇ ਨੂੰ ਭੜਕਾ ਕੇ। ਇਸ ਕਰਕੇ ਉਹਨਾਂ ਦੇ ਆਪਾਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹ ਆਪ ਜੀ ਦੇ ਜਵਾਬ ਦੇਣ, ਹਰ ਗੱਲ ਦਾ ਉਹ ਆ ਕੇ ਸਾਨੂੰ ਜਵਾਬ ਦੇਣ ਔਰ ਉਸ ਦੇ ਲਈ ਆਪਾਂ ਉਹਨਾਂ ਨੂੰ ਇੱਕ ਵਾਰੀ ਫੇਰ ਅਗਲੇ ਮਹੀਨੇ ਸੱਦਾ ਦੇਵਾਂਗੇ। ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਬਹੁਤ ਬਹੁਤ ਸ਼ੁਕਰਾਨਾ। ਅੱਜ ਦੀ ਸੇਵਾ ਇੱਥੇ ਪ੍ਰਵਾਨ ਕਰ ਲੈਣੀ। ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰਦੇ ਹੋਈਆਂ ਭੁੱਲਾਂ ਦੀ ਖਿਮਾ। ਜਿਨ੍ਹਾਂ ਦੇ ਕਾਲਸ ਨਹੀਂ ਲੈ ਸਕਿਆ ਉਹਨਾਂ ਤੋਂ ਦੋਵੇਂ ਹੱਥ ਜੋੜ ਕੇ ਖਿਮਾ ਮੰਗਦਾ। ਮੇਰੇ ਪਾਸ ਆਪ ਬਹੁਤ ਕੁਐਸਚਨ ਸਨ ਲੇਕਿਨ ਮਲਿਕ ਸਾਹਿਬ ਨੇ ਮੇਰਾ ਖਿਆਲ ਦੇ ਵਿੱਚ ਇੱਕ ਸੈਟਿਸਫੈਕਟਰੀ ਆਂਸਰ ਸਾਰੇ ਦੇ ਦਿੱਤੇ ਨੇ। ਗੁਰੂ ਬਖਸ਼ਿਸ਼ ਕਰੇਗਾ ਅਗਲੇ ਮਹੀਨੇ ਫਿਰ ਸਿਰਫ ਆਪ ਜੀ ਦੇ ਹੀ ਕਾਲਸ ਲਈਆਂ ਜਾਣਗੀਆਂ ਤਾਂ ਕਿ ਆਪ ਆਪਣੇ ਸਵਾਲ ਕਰ ਸਕੋਗੇ। ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਬਹੁਤ ਬਹੁਤ ਸ਼ੁਕਰਾਨਾ। ਹੋਈਆਂ ਭੁੱਲਾਂ ਦੀ ਖਿਮਾ। ਇੱਕ ਵਾਰੀ ਫੇਰ ਜਿਨ੍ਹਾਂ ਦੇ ਫੋਨ ਨਹੀਂ ਲੈ ਸਕਿਆ ਉਹਨਾਂ ਕੋਲ ਦੋਵੇਂ ਹੱਥ ਜੋੜ ਕੇ ਮਾਫੀ। ਜਿਨ੍ਹਾਂ ਨੇ ਫੋਨ ਰਾਹੀਂ ਸ਼ਮੂਲੀਅਤ ਕੀਤੀ ਉਹਨਾਂ ਨੂੰ ਦੋਨੋਂ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ। ਔਰ ਆਪ ਜੀ ਨੇ ਯਾਦ ਰੱਖਣਾ ਜੀ, ਆਪ ਜੀ ਨੇ ਅਕਾਲ ਚੈਨਲ ਦੀ ਪੂਰੀ ਤਰ੍ਹਾਂ ਦੇ ਨਾਲ ਸਪੋਰਟ ਕਰਨੀ ਹੈ ਇਸ ਸਮੇਂ ਦੇ ਵਿੱਚ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।